शिव जीओ। गुरु नानक अंगद गुरु, अमरदास पदवंद। रामदास अर्जन गुरु, वर श्री हर गोविंद। हरि राय हर कृष्ण गुर, तेग बहादुर चंद। दसवें गोविंद सिंह गुरु, नमो चरण अरविंद। श्री गुर शब्द कमाए जिन, जीते पंच विकार। तिन संतन को बंदना, सिर चरणन परतार। एक ओंकारा सतगुरु, ते प्रसाद सच होय। वाहिगुरु जी की फतेह, विघ्न विनाशन सोय। वाहिगुरु जी की फतेह, विघ्न विनाशन सोय। वाहेगुरु साहिब जीओ दोहरा, कूर आन को जान मन। श्री गुर कीन बखान, विधि चंद सब आन कर। देहो दिखाए ले मान, कूर आन को जान मन। वाहिगुरु जी का खालसा, वाहिगुरु जी की फतेह। परम सत्कारयोग गुरु खालसा साध संगत जी, अमृत वेले का दीवान सज रहा है। चवर छतर तक दे मालक पर तक सतगुरु साहब जी की प्रकाश सेवा हुई है। गुरबाणी का जाप, गुरबाणी का कीर्तन होया है। गुरु हरगोबिंद साहब जी का इतिहास लड़ीवार रूप में चल रहा है, जिसनों आपां कीर्तन तो बाद हमेशा पढ़ते सुनते विचारते हाँ ते लाहा लेने हाँ। अज भी संगत रूप में जुड़ रहे हाँ। इतिहास विच आ रहा प्रसंग सरवण करन लई। अज दे इतिहास दे प्रसंग नाल लड़ी जोड़न वास्ते थोड़े जे रूप दे विच कल्ला प्रसंग दोबारा सुनाया जा रहा है। पैंदे खां इसका जिहड़ा जवाई असमान खां है, श्री गुरदित्ता जी नूं, जो गुरु हरगोबिंद साहिब जी ने गुरसिख राही भेटा किया, चिट्टे रंग का बाज बख्श के हुक्म किया सी कि कल नूं अमृत वेले दे तो उठ के बाहर जाना है। बाज की परीक्षा करनी है, किन्ने क गुण है, किवें पंछियां पर झपट मार के उन्होंने दबांदा है, मारदा है। हुक्म मान के श्री गुरदित्ता जी गए ते पैंदे खां बसरे दे असमान खाने ससरा ही ले लए सन।
ਇਹ ਫਿਰ ਅਸਮਾਨ ਖਾਂ ਬਾਹਰ ਵਿਚਨ ਚਲਿਆ ਗਿਆ। ਪੈਂਦੇ ਖਾਂ ਨੂੰ ਵੀ ਹੁਕਮ ਹੋਇਆ ਸੀ ਤੂੰ ਨਾਲ ਜਾਣਾ, ਇਹ ਨਹੀਂ ਗਿਆ ਹੈ। ਸ਼੍ਰੀ ਗੁਰੂ ਦਿੱਤਾ ਜੀ ਬਾਹਰ ਗਏ, ਪੰਛੀ ਦੇਖ ਕੇ ਬਾਜ ਛੱਡਿਆ, ਜਿਵੇਂ ਨੇ ਚਪਟਾਂ ਮਾਰੀਆਂ, ਸਾਰਾ ਕੁਝ ਦੇਖਿਆ, ਤਾਮਾ ਦੇਖ ਕੇ ਤਿਰਪਤ ਕਰ ਦਿੱਤਾ। ਵਾਪਸ ਪਰਤ ਰਹੇ ਸਨ। ਇਸੇ ਤਰ੍ਹਾਂ ਆਕਾਸ਼ ਵਿੱਚ ਇੱਕ ਚਕਵਾ ਪੰਛੀ ਉੱਡਿਆ ਜਾ ਰਿਹਾ ਹੈ। ਉਹਨੂੰ ਦੇਖ ਕੇ ਸ਼੍ਰੀ ਗੁਰੂ ਦਿੱਤਾ ਜੀ ਨੇ ਕਹਿ ਦਿੱਤਾ ਵੀ ਇਹਦੇ ਮਗਰ ਵੀਰ ਸ਼ਿਕਾਰਿਓ ਬਾਜ ਛੱਡੋ। ਭਾਵੇਂ ਵੀਰ ਸ਼ਿਕਾਰਿਆਂ ਨੇ ਸ਼੍ਰੀ ਗੁਰੂ ਦਿੱਤਾ ਜੀ ਨੂੰ ਕਿਹਾ ਵੀ ਹੁਣ ਤਿਰਪਤ ਹੋਇਆ ਹੈ, ਇਹਨੇ ਨਹੀਂ ਐਸਾ ਹੁਣ ਕਰਨਾ ਹੈ। ਜ਼ਿਆਦਾ ਕਹਿਣ ਤੋਂ ਅਖੀਰੀ ਉਹਨਾਂ ਨੇ ਛੱਡ ਦਿੱਤਾ ਹੈ। ਗੱਲ ਉਹ ਮੀਰ ਸ਼ਿਕਾਰਾਂ ਦੀ ਸੱਚੀ ਨਿਕਲੀ। ਉਹਨੇ ਝਪਟੀ ਨਹੀਂ ਮਾਰੀ, ਪਿੱਛੇ ਪਿੱਛੇ ਉੱਡਿਆ ਜਾ ਰਿਹਾ ਹੈ। ਜਿੱਥੇ ਛੋਟੇ ਮੀਰਪੁਰ ਬਾਹਰ ਬਾਗ ਹੈ, ਉੱਥੇ ਬਾਜ ਆ ਬੈਠਾ। ਅਸਮਾਨ ਖਾਂ ਵੀ ਉੱਥੇ ਹੀ ਬੈਠਾ ਹੋਇਆ ਸੀ। ਬਾਜ ਦੇਖ ਕੇ ਨੇ ਯਤਨ ਕਰਕੇ ਉਹਨੂੰ ਫੜ ਲਿਆ ਹੈ। ਇਹ ਤਾਂ ਖੁਦਾ ਨੇ ਮੈਨੂੰ ਦੇ ਦਿੱਤਾ ਆ। ਕੱਪੜੇ ਮਿਲ ਗਏ ਸੋਹਣੇ, ਘੋੜਾ ਮਿਲ ਗਿਆ, ਬਾਜ ਵੀ ਨਾਲ ਹੀ ਸੋਹਣਾ ਹਾਸਲ। ਝੱਟ ਕਰਤੀ ਗੁਪਤ ਕਰਕੇ ਆਪਣੇ ਘਰ ਲੈ ਆਇਆ। ਆਪਣੀ ਸੱਸ ਨੂੰ ਦੱਸ ਦਿੱਤਾ ਵੀ ਇਹ ਖੁਦਾ ਨੇ ਮੈਨੂੰ ਸੋਹਣਾ ਅੱਜ ਬਾਲ ਬਖਸ਼ਿਆ ਬਾਗ ਵਿੱਚੋਂ। ਉਹੀ ਹੋਈ ਜੀ ਭਲੇ ਮਾਨਸ, ਕਹਿੰਦੇ ਸੰਭਾਲ ਕੇ ਲੁਕੋ ਕੇ ਰੱਖ, ਤਾਂ ਕੋਈ ਬਾਹਰੋਂ ਆ ਕੇ ਕੋਈ ਪਛਾਣ ਕੇ ਨਾ ਕਹਿ ਦੇ ਵੀ ਇਹ ਸਾਡਾ ਹੈ। ਇੱਧਰ ਜਿਹੜਾ ਇਹ ਗੱਲਬਾਤ ਪੈਂਦੇ ਖਾਂ ਕਰੇ ਸੁਣ ਰਿਹਾ ਸੀ, ਜਿਸਨੇ ਉਸ ਵੇਲੇ ਉੱਠ ਕੇ ਦੇਖਿਆ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜਾ ਸਿੱਖ ਭੇਟਾ ਕਰਕੇ ਬਾਜ ਗਿਆ ਉਹੀ ਹੋਈ ਹੈ। ਘਰਵਾਲੀ ਨੂੰ ਕਹਿਣ ਲੱਗਿਆ, ਨਾਲ ਹੀ ਅਸਮਾਨ ਖਾਂ ਨੂੰ ਕਿਹਾ ਵੀ ਇਹ ਤਾਂ ਗੁਰੂ ਕਾ ਬਾਜ ਹੈ। ਕੱਲ ਮੈਂ ਹੁਕਮ ਸੀ ਤੇ ਉਹਨਾਂ ਦੀ ਹਜ਼ੂਰੀ ਵਿੱਚ ਪਹੁੰਚਣਾ ਸੀ, ਤੇ ਅੱਜ ਮੈਂ ਵੀ ਆਪਣੀ ਨਾਲੇ ਬਸਤਰ ਤੇ ਨਾਲੇ ਆਵਾਜ਼ ਜਿਹੜਾ ਆਇਆ ਲੈ ਕੇ ਤੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚਾਂ। ਭੁੱਲ ਗਲਤੀ ਮਾਫ਼ ਕਰਾਵਾਂ। ਇਹ ਟੁੱਟ ਕੇ ਅਸਮਾਨ ਖਾਂ ਕੇ ਗਿਆ। ਕਹਿੰਦਾ ਤੂੰ ਤਾਂ ਦੀਨ ਧਰਮੀ ਗਵਾ ਦਿੱਤਾ, ਹਿੰਦੂਆਂ ਦੇ ਗੁਰੂ ਦੇ ਮਗਰ ਫਿਰੀ ਜਾਂਦਾ ਹੈ। ਉਹਨਾਂ ਤੋਂ ਇੰਨਾ ਡਰਦਾ ਹੈ, ਜਿਹੜਾ ਪਠਾਨ ਦਾ ਪੁੱਤ ਹੈ ਕਿਤੇ ਐਂ ਕਰਦਾ ਥੋੜੋ ਕਹਿਰ ਪੁਣਾ। ਬਾਜ ਨਹੀਂ ਮੈਂ ਦੇਣਾ ਹੈ, ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਕਰਨ ਵੀ ਲੈ ਆ ਜਾਣ, ਮੈਂ ਮੁਕਾਬਲਾ ਕਰਾਂਗਾ। ਹੋਰ ਕੀ ਹੈ, ਮੈਂ ਸ਼ਾਹਜਹਾਂ ਦੇ ਨਾਲ ਮਿਲ ਕੇ ਫੌਜ ਚੜਾ ਲਿਆਵਾਂਗਾ। ਰੇਦਰ ਪੈਂਦੇ ਖਾਂ ਕਹਿ ਰਿਹਾ ਵੀ ਬਾਜ ਦੇ ਦਈਏ, ਉਹ ਮੰਨਦਾ ਨਹੀਂ। ਇਸ ਤਰ੍ਹਾਂ ਇਹ ਸ਼੍ਰੀ ਗੁਰੂ ਦਿੱਤਾ ਜੀ ਨੂੰ ਮੀਰ ਸ਼ਿਕਾਰੀਆਂ ਨੇ ਦੱਸ ਦਿੱਤਾ। ਗੁਰੂ ਮਹਾਰਾਜ ਦੇ ਕੋਲ ਦਿੱਤਾ ਜੀ ਨੇ ਗੱਲ ਕਰ ਦਿੱਤੀ। ਗੁਰੂ ਮਹਾਰਾਜ ਨੇ ਪੈਂਦੇ ਖਾਂ ਨੂੰ ਘਰੋਂ ਬੁਲਾ ਲਿਆ, ਪਰ ਇਹ ਝੂਠ ਹੀ ਬੋਲਿਆ। ਕਹਿੰਦਾ ਜੀ ਬਾਜ ਤਾਂ ਕੀ ਦੇਖਣਾ, ਬਾਜ ਦੀ ਤਾਂ ਮੈਂ ਸ਼ਾਮ ਨਹੀਂ ਦੇਖੀ। ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਾਣਦੇ ਸਨ ਵੀ ਇਹਦੇ ਘਰੇ ਬਾਜ ਹੈ, ਪਰ ਫਿਰ ਵੀ ਇਹਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ। ਥੋੜਾ ਜਿਹਾ ਤਾੜ ਕੇ ਵੀ ਕਿਹਾ ਵੀ ਵੇਖ ਲਾ, ਸੱਚ ਬੋਲ, ਗੁਨਾਹ ਕੀਤਾ ਮਾਫ਼ ਹੋ ਜਾਏਗਾ। ਪਰ ਉਹ ਰੱਬ ਦੀ ਹੋਣਹਾਰ ਹੈ, ਅਕਲ ਮਤ ਮਾਰੀ ਗਈ ਹੈ, ਝੂਠ ਹੀ ਬੋਲੀ ਗਿਆ। ਅਖੀਰ ਕਹਿੰਦਾ ਇਹ ਤੁਹਾਡੇ ਚਰਨਾਂ ਦੀ ਸਹੁੰ। 3 ਵਾਰੀ ਸਹੁੰ ਖਾ ਕੇ ਮੁੱਕਰ ਗਿਆ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਜਿਹੜਾ ਝੂਠ ਆ ਉਹਦਾ ਪਰਦਾ ਫਾਸ ਕਰਨ ਲਈ ਵਿਧੀ ਚੰਦ ਨੂੰ ਇਸ਼ਾਰਾ ਕਰ ਦਿੱਤਾ, ਕੰਨ ਵਿੱਚ ਕਹਿ ਦਿੱਤਾ ਵੀ ਜਾ ਤੇ ਲਿਆ। ਉਹ ਦੁਪਹਿਰ ਦਾ ਸਮਾਂ ਸੀ। ਸਭ ਘਰ ਦੇ ਜੀਆ ਜੰਤ ਲੰਮੀਆਂ ਤਾਣ ਕੇ ਪਏ। ਅਸਮਾਨ ਖਾਂ ਹੋਣੀ ਵੀ ਚੁਬਾਰੇ 'ਚ ਪਏ ਸੀ, ਘੂਕ ਸੁੱਤੇ। ਵਿਧੀ ਚੰਦ ਨੇ ਉਹ ਜਿਹੜੇ ਬਸਤਰ ਜੇ ਸਰਾਣੇ ਪਏ ਸੀ, ਕਿੱਲੇ ਨਾਲ ਟੰਗੇ ਸੀ, ਉਹ ਲੈ ਢਾਲ ਤੇ ਖੰਡਾ ਉਹ ਵੀ ਲੈ ਲਿਆ ਸਰਾਣੇ ਹੇਠੋਂ। ਤੇ ਬਾਜ ਤੇ ਜਿਹੜਾ ਘੋੜਾ ਉਹ ਤਾਂ ਹੈ ਹੀ ਸੀ ਪਾਸੇ। ਬਸ ਥੋੜ੍ਹੇ ਜਿਹੇ ਮਿੰਟਾਂ ਵਿੱਚ ਲੈ ਕੇ
ਪਾਸੇ ਬੰਨ੍ਹ ਕੇ ਰੱਖ ਕੇ ਸਤਿਗੁਰੂ ਕੋਲ ਆ ਦੱਸਿਆ ਕਿ ਮਹਾਰਾਜ ਤੁਹਾਡੇ ਪ੍ਰਤਾਪ ਨਾਲ ਲੈ ਆਇਆ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਇਸ ਨੂੰ ਸਮਝਾਉਣ ਦੀ ਕੋਸ਼ਿਸ਼, ਕਹਿੰਦੇ ਉਹ ਸਮਾਂ ਹੈ ਜੇ ਤੂੰ ਲਾਲਚ ਕਰਦਾ ਇੱਕ ਵਾਰੀ ਬਾਜ ਸਾਨੂੰ ਦਿਖਾ ਦੇ ਤੇ ਫਿਰ ਤੈਨੂੰ ਹੀ ਦੇ ਦਿਆਂਗੇ। ਔਰ ਇਹ ਐਸਾ ਬੇਸਮਝ ਹੋਇਆ, ਮੂਰਖ ਬਣਿਆ ਹੈ। ਸਤਿਗੁਰੂ ਦੇ ਸਗੋਂ ਗਲ ਪੈ ਗਿਆ ਵੀ ਤੁਸੀਂ ਮੇਰੀ ਇੱਜ਼ਤ ਅਵਰੋਹ ਵਿੱਚ ਰੱਖਣਾ ਪਾਉਣੇ, ਫਰਕ ਪਾਉਣੇ ਹੋ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਪੜਦਾ ਉਗੇਣ ਲਈ ਵਿਧੀ ਚੰਦ ਨੂੰ ਆਖਿਆ ਨਾ ਵੀ ਚੰਗਾ ਹੋਣੇ ਨੂੰ ਦਿਖਾ ਦੇ ਲਿਆ ਕੇ, ਤੇ ਫਿਰ ਛਿੱਤਰ ਪੋਲਾ ਵੀ ਚੰਗਾ ਕਰਾਇਆ, ਚਾਟਾ ਵੀ ਤਕੜਾ ਹੀ ਛਕਾਇਆ। ਇਹ ਜੇ ਨੂੰ ਝੂਠ ਬੋਲਣ ਵਾਲੇ ਨੂੰ, ਹਲੂਣ ਹਰਾਮੀ ਨੂੰ। ਉਹ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ ਹੈ ਜਿਵੇਂ ਆਉਂਦਾ ਸੀ ਸੁਣੀਏ ਜੀ। ਕੂਰ ਆਨ ਕੋ ਜਾਣੇ ਮਨ। ਹਾਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਨ ਵਿੱਚ ਜਾਣਿਆ ਵੀ ਇਹ ਝੂਠੀਆਂ ਕਸਮਾਂ ਪੈਂਦੇ ਖਾਣੇ ਖਾਦੀਆਂ ਹਨ। ਸ੍ਰੀ ਗੁਰ ਕੀਨ ਬਖਾਨ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਧੀ ਚੰਦ ਨੂੰ ਆਖਣਾ ਕੀਤਾ, ਵਿਧੀ ਚੰਦ ਸਭ ਆਨ ਕਰ। ਲੈ ਵੀ ਵਿਧੀ ਚੰਦ ਸਾਰੀਆਂ ਚੀਜ਼ਾਂ ਵਿਹਲਿਆ ਕਰਕੇ ਦੇਹੋ ਦਿਖਾਏ ਲੈ ਮਾਨ। ਜਿਹੜਾ ਝੂਠ ਬੋਲੀ ਜਾਂਦਾ ਨਾ ਪੈਂਦੇ ਖਾਂ, ਕਹਿੰਦੇ ਸਾਰੀਆਂ ਇਹਨੂੰ ਲਿਆ ਕੇ ਦਿਖਾ ਦੇ, ਜਿਸ ਕਰਕੇ ਇਹ ਮੰਨ ਲੈ ਵੀ ਹਾਂ ਮੇਰੇ ਘਰੋਂ ਹੀ ਆਈਆਂ ਹਨ। ਸਵਈਆ ਛੰਦ ਸੁਨ ਆਇਸ ਕੋ ਤਤ ਛਿਨ ਉੱਠ ਕਰ। ਵਿਧੀ ਚੰਦ ਨੇ ਛੇਤੀ ਸੁਣ ਕੇ ਬੜੀ ਛੇਤੀ ਉੱਠ ਕੇ ਬਾਜ ਪੁਸ਼ਾਕ ਖੜਗ ਲੈ ਆਏ। ਆਗਿਆ ਸੁਣ ਕੇ ਬੜੀ ਛੇਤੀ ਉੱਠ ਕੇ ਜਿਹੜਾ ਬਾਜ ਸੀ, ਪੁਸ਼ਾਕ ਸੀ, ਘੋੜਾ ਸੀ, ਤਲਵਾਰ ਸੀ, ਢਾਲ ਸੀ, ਇਹ ਲੈ ਆਇਆ ਹੈ। ਸਭਾ ਬੀਚ ਸਭ ਹੁਣ ਅਗਾਰੀ। ਗੁਰੂ ਮਹਾਰਾਜ ਦੀ ਸਭਾ ਲੱਗੀ ਹੋਈ ਸੀ, ਸਾਰਿਆਂ ਦੇ ਵਿੱਚ ਹੀ ਅੱਗੇ ਕਰਕੇ ਧਰ ਕਰ ਤੇਹ ਥਲ ਦੀਏ ਦਿਖਾਏ। ਗੁਰੂ ਮਹਾਰਾਜ ਦੇ ਸਾਹਮਣੇ ਰੱਖ ਕਰਕੇ ਸਾਰਿਆਂ ਨੂੰ ਦਿਖਾ ਦਿੱਤੇ ਹਨ। ਕ੍ਰੋਧ ਕਰਤ ਹੀ ਸਤਿਗੁਰ ਬੋਲੇ। ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਹੀ ਗੁੱਸਾ ਕਰਦੇ ਹੋਏ ਬੋਲੇ ਪੈਂਦੇ ਖਾਂ ਨੂੰ, ਕਹੁ ਪਾਪੀ ਇਹੋ ਕਹਿਤੇ ਲਿਆਏ। ਕਹਿੰਦੇ ਦੱਸੋ ਪਾਪੀਆ ਵਿਧੀ ਚੰਦ ਕਿੱਥੋਂ ਚੀਜ਼ਾਂ ਭਲਾ ਲੈ ਕੇ ਆਇਆ ਲਿਆਇਆ ਹੈ। ਬਾਰ ਬਾਰ ਸਮਝਾਏ ਰਹੇ ਤੁਝ। ਤੈਨੂੰ ਅਸੀਂ ਮੁੜ ਮੁੜ ਕੇ ਸਮਝਾ ਬੁਝਾ ਰਹੇ। ਰੇ ਮਤ ਮੰਦ ਨ ਮਿਥਿਆ ਗਾਏ। ਕਹਿੰਦੇ ਰਿਓ ਭੈੜੀ ਮਤ ਵਾਲਿਆਂ ਮੈਂ ਮਿੱਥਿਆ ਝੂਠ ਨਾ ਕਹਿ। ਕਹਿਓ ਨ ਮਾਨਿਓ ਮੂਰਖ ਤੈਂ ਕੁਛ। ਮੂਰਖਾ ਤੂੰ ਸਾਜਾ ਕਹਿਆ ਹੋਇਆ ਕੁਝ ਵੀ ਬਚਨ ਨਹੀਂ ਮੰਨਿਆ ਹੈ। ਪੂਰ ਕਹਿਤ ਭਾ ਵੱਡ ਹੱਠ ਧਾਰ। ਹੱਠ ਧਾਰ ਕੇ ਸਾਡੀ ਹਜ਼ੂਰੀ ਵਿੱਚ ਹੀ ਝੂਠ ਹੀ ਕਹਿੰਦਾ ਰਿਹਾ। ਲਾਜ ਬਿਲੋਚਨ ਬੋਲ ਨ ਸਾਕਹਿ। ਪੈਂਦੇ ਖਾਂ ਨੂੰ ਸੁਣ ਕੇ ਬੜੀ ਲਜਿਆਈ, ਸ਼ਰਮ ਆਈ, ਨੇਤਰ ਜੇ ਨੀਵੇਂ ਕਰ ਲਏ ਤੇ ਬੋਲ ਨਹੀਂ ਸਕਦਾ ਸਾਹਮਣੇ। ਨੀਚੀ ਗਰੀਵ ਸਚਿੰਤ ਵਿਚਾਰ। ਗਰਦਨ ਜੀ ਨੀਵੀਂ ਕਰ ਲਈ, ਚਿੰਤਾ ਸਹਿਤ ਹੋ ਕੇ ਵਿਚਾਰਾਂ ਕਰ ਲੱਗਿਆ ਵੀ ਆ ਕੀ ਹੋ ਗਿਆ ਹੈ। ਪੁਨ ਗੁਰ ਕਹਿਓ ਕਹਿ ਕਿਉਂ ਨਾਹੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੀਵੀਂ ਜੀ ਪਾਇਆ ਦੇਖ ਕੇ ਕਿਹਾ, ਕਹਿੰਦੇ ਉਹ ਹੁਣ ਤੂੰ ਬੋਲਦਾ ਕਿਉਂ ਨਹੀਂ, ਆਖਦਾ ਕਿਉਂ ਨਹੀਂ ਹੈ। ਤਿਕ ਤੋ ਕਹ ਨਹਿ ਸਾਚ ਉਚਾਰ। ਸਰਕਾਰ ਫਿੱਟੇ ਲਾਣ ਤੈਨੂੰ ਐ ਤੂੰ ਸੱਚ ਨਹੀਂ ਤੁਹਾਡੇ ਕੋਲ ਕਿਹਾ ਹੈ। ਨਿਮਕ ਹਰਾਮੀ ਸੂਰਤ ਬਨ ਕੈ। ਨਿਮਕ ਹਰਾਮੀ ਮੂਰਖ ਬਨ ਕੈ, ਕਹਿੰਦੇ ਲੂਣ ਹਰਾਮੀ ਬਣ ਕੇ ਤੇ ਮੂਰਖ ਬਣ ਕੇ ਬੈਠ ਰਹਿਓ ਕਿਆ ਕੀਨ ਗਵਾਰ। ਹਾਂ, ਕਹਿੰਦੇ ਹੁਣ ਤੂੰ ਬੈਠ ਰਿਹਾ ਬੇਸਮਝਾ ਭਲਾਏ ਕੀ ਕੀਤਾ ਤੈਨੇ। ਬੈਨ ਬਾਨ ਤੇ ਵਿਦਿਓ ਅਦਕ ਹੀ। ਹਾਂ, ਗੁਰੂ ਮਹਾਰਾਜ ਦੇ ਬਚਨਾਂ ਰੂਪੀ ਤੀਰਾਂ ਦੇ ਨਾਲ ਬਹੁਤ ਹੀ ਬਿਨਿਆ ਗਿਆ। ਝੂਠਾ ਭਇਓ ਸਹਿਓ ਨਹਿ ਜਾਏ। ਭਾਵੇਂ ਬਿਲਕੁਲ ਕਹਿੰਦੇ
16 ਆਨੇ ਝੂਠਾ ਹੋ ਗਿਆ, ਪਰ ਸਤਿਗੁਰੂ ਤਾਂ ਜਿਹੜਾ ਸੱਚਾ ਬਚਨ ਕਿਹਾ ਹੈ ਤਾਂ ਸਹਾਰਿਆ ਨਹੀਂ ਗਿਆ ਹੈ। ਸਭਾ ਬਿਖੈ ਰਿਸ ਧਾਰ ਕੈ ਬੋਲਿਓ। ਫੇਰ ਕੀ ਹੈ, ਗੁਰੂ ਮਹਾਰਾਜ ਦੀ ਸਭਾ ਦੇ ਵਿੱਚ ਹੀ ਬੜਾ ਗੁੱਸਾ ਜਾ ਧਾਰ ਕੇ ਬੋਲਿਆ ਪੈਂਦੇ ਖਾਂ। ਨਾਹਕ ਤੁਹਮਤ ਮੋਹਿ ਲਗਾਏ। ਇਹ ਬਿਨਾਂ ਕਾਰਨ ਤੋਂ ਬੇਫਾਇਦਾ ਮੇਰੇ ਤੇ ਤੁਸੀਂ ਤੁਹਮਤਾਂ ਲਗਾਈ ਜਾਂਦੇ ਹੋ, ਐਵੇਂ ਉਈਆਂ ਥੱਪੀ ਜਾਂਦੇ ਹੋ। ਬਾਜ ਸਦਨ ਮਹਿ ਰਾਖਨ ਕੀਨਸ। ਜਿਹੜਾ ਬਾਜ ਸੀ ਉਹ ਤਾਂ ਤੁਸੀਂ ਪਹਿਲਾਂ ਆਪਣੇ ਘਰ ਦੇ ਵਿੱਚ ਰੱਖ ਲਿਆ। ਕਹਿਓ ਫੇਰ ਕਿਨ ਲੀਨ ਛਿਪਾਏ। ਫੇਰ ਇਉਂ ਕਹਿਣਾ ਸ਼ੁਰੂ ਕਰ ਦਿੱਤਾ ਵੀ ਕਿਸੇ ਨੇ ਵੀ ਜਿਹੜਾ ਬਾਜ ਆ ਉਹ ਲੁਕਾ ਛੁਪਾ ਲਿਆ। ਅਬ ਨਿਕਾਸ ਲੈ ਆਏ ਸਭਾ ਮਹਿ। ਹੁਣ ਕਹਿੰਦੇ ਘਰਾਂ ਜਿਹੜਾ ਲੁਕਾ ਕੇ ਰੱਖਿਆ ਸੀ ਹੁਣ ਕੱਢ ਕੇ ਘਰੋਂ ਤੇ ਸਭਾ ਵਿੱਚ ਲੈ ਆਂਦਾ ਹੈ ਤੁਸਾਂ ਨੇ। ਵਿਧੀ ਚੰਦ ਇਹ ਕਪਟ ਬਣਾਏ। ਮੈਂ ਜਾਣਦਾ ਸਾਰੇ ਜਿਹੜੇ ਛੜ ਫਿਰੇ ਵਿਧੀ ਚੰਦ ਬਣਾਉਂਦਾ ਹੈ, ਪਹਿਲਾਂ ਘਰੇ ਰੱਖ ਲੈਂਦਾ ਲੁਕੋ ਕੇ, ਫਿਰ ਕਹਿੰਦਾ ਕੋਈ ਲੈ ਗਿਆ ਚੁੱਕ ਕੇ ਗੁਪਤ ਕਰ ਲਿਆ, ਤੇ ਫੇਰ ਆ ਕੋਈ ਜਾਂਦਾ ਵੀ ਇਹ ਪੈਂਦੇ ਖਾਂ ਦੇ ਘਰੋਂ ਮੈਂ ਲਿਆਂਦਾ, ਇਹ ਛੜ ਫਿਰੇ ਵਿਧੀ ਚੰਦ ਬਣਾਉਂਦਾ ਹੈ। ਝੂਠਾ ਭਇਓ ਬਿਦਤ ਹੀ ਮੂਰਖ। ਭਾਵੇਂ ਮੂਰਖ ਕਹਿੰਦੇ ਬਿਲਕੁਲ ਝੂਠਾ ਪ੍ਰਗਟ ਹੀ ਹੋ ਗਿਆ ਸਭ ਦੇ ਸਾਹਮਣੇ ਸਭਾ ਵਿੱਚ। ਤਉ ਨ ਹਠ ਤਜ ਬੋਲਤ ਬੈ। ਤਾਂ ਵੀ ਆਪਣਾ ਹੱਠ ਛੱਡ ਕੇ ਕਹਿੰਦੇ ਕੋਈ ਸੱਚਾ ਚੰਗਾ ਬਚਨ ਨਹੀਂ ਬੋਲਦਾ ਹੈ। ਦੇਖ ਕੋ ਮਤ ਕੋ ਸ੍ਰੀ ਹਰਿ ਗੋਬਿੰਦ। ਇਹਦੀ ਖੋਟੀ ਮਤ ਦੇਖ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਰਿਸ਼ਤੇ ਰਕਤ ਭਏ ਜੁਗ ਨੈਣ। ਗੁੱਸੇ ਕਰਕੇ ਦੋਵੇਂ ਨੇਤਰ ਆਪ ਜੀ ਦੇ ਲਾਲੋ ਲਾਲ ਹੋ ਗਏ। ਤਉ ਛਿਮਾ ਨਿਜ ਬਿਰਦ ਵਿਚਾਰਤ। ਤਾਂ ਵੀ ਜਿਹੜਾ ਆਪਣਾ ਜਿਹੜਾ ਬਿਰਦ ਹੈ ਵੀ ਗੁਨਾਹਗਾਰ ਨੂੰ ਜਿਹੜਾ ਮਾਫ ਕਰਦਾ ਉਹ ਵਿਚਾਰ ਰਹੇ ਹਨ। ਕਹਿਓ ਮੰਦ ਇਹ ਕੰਮ ਕਲਮਲ ਐਨ। ਕਹਿਣ ਲੱਗੇ ਵੀ ਇਹ ਜਿਹੜਾ ਭੈੜਾ ਨਾ ਪੈਂਦੇ ਖਾਏ ਤਾਂ ਹੁਣ ਪਾਪਾਂ ਦਾ ਘਰ ਬਣ ਗਿਆ ਹੈ, ਝੂਠ ਬੋਲ ਬੋਲ ਕੇ। ਅਜ ਹੋ ਨ ਸਮਝਤ ਸਾਚ ਬਨਹਿ ਜੜ। ਇਹ ਵੀ ਕਹਿੰਦੇ ਦੇਖੋ ਸਮਝਦਾ ਨਹੀਂ ਹੈ, ਮੂਰਖ ਸੱਚਾ ਬਣਿਆ ਚਾਹੁੰਦਾ, ਸਾਹਮਣੇ ਚੀਜ਼ਾਂ ਲਿਆ ਕੇ ਘਰੋਂ ਰੱਖਦੀ ਅਜੇ ਵੀ ਉਹ ਕਹਿੰਦਾ ਵੀ ਤੁਸੀਂ ਘਰੇ ਲੁਕੋ ਲਈਆਂ ਹੁਣ ਕੱਢ ਲਈਆਂ ਹਨ। ਭਏ ਕੋ ਭਾਗ ਜੀਵ ਬੋ ਹੈ ਨਾ। ਹਾਂ ਮਾਰਾ ਕਹਿੰਦੇ ਇਹਦੇ ਖੋਟੇ ਭਾਗ ਜਾਗ ਪਏ ਹਾਂ, ਭਏ ਕੋ ਭਾਗ ਜੀਵ ਬੋ ਹੈ ਨਾ। ਹੁਣ ਦੀਦਾ ਵੀ ਇਹਦਾ ਜੀਣਾ ਨਹੀਂ ਹੋਏਗਾ, ਥੋੜੇ ਦਿਨਾਂ ਤੋਂ ਇਹ ਸੰਸਾਰ ਤੋਂ ਜਾਏਗਾ ਸਦਾ ਲਈ। ਦੋਹਰਾ ਸ੍ਰੀ ਨਾਨਕ ਮਸ ਮਸ ਆਨੰਦ ਪਰ। ਦੇਖੋ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਉਹਦੇ ਉੱਪਰ ਕਹਿੰਦੇ ਜਿਹੜੀ ਸਹੁੰ ਹੈ ਪੂਰੀ ਸਪਤ ਕਹੰਤ ਕਹਿੰਦੇ ਝੂਠੀਆਂ ਜਿਹੜੀਆਂ ਸੌਹਾਂ ਕਹਿੰਦੇ ਖਾਣਾ ਕਰੀ ਜਾ ਰਿਹਾ ਹੈ। ਨਹੀਂ ਉਚਿਤ ਹਮਰੇ ਰਹਿਓ। ਜਿਹੜਾ ਗੁਰੂ ਨਾਨਕ ਦੀ ਗੱਦੀ ਦੀਆਂ ਕਹਿੰਦੇ ਝੂਠੀਆਂ ਕਹਾਂ ਖਾ ਰਿਹਾ ਹੈ, ਐਸੇ ਝੂਠਾ ਤਾਂ ਸਾਡੇ ਕੋਲ ਹੁਣ ਰਹਿਣੇ ਯੋਗ ਹੀ ਨਹੀਂ। ਅਜ ਹੂੰ ਕੂਰ ਉਚਰੰਤ। ਇਹ ਕਹਿੰਦੇ ਝੂਠ ਹੀ ਝੂਠ ਬੋਲੀ ਜਾਂਦਾ ਵੀ ਵਿਧੀ ਚੰਦ ਨੇ ਸਾਰੀਆਂ ਚੀਜ਼ਾਂ ਲੁਕੋਈਆਂ, ਹੁਣ ਵਿਧੀ ਚੰਦ ਹੀ ਮੇਰੇ ਸਿਰ ਮੱਥੇ ਮੜੀ ਜਾ ਰਿਹਾ ਹੈ। ਲਾਤ ਮੁਸ਼ਟ ਕਬ ਜਾਨ ਕੀ। ਮਹਾਰਾਜ ਕਹਿੰਦੇ ਵੀ ਲੱਤਾਂ ਤੇ ਮੁੱਕੇ ਤੇ ਜਿਹੜੇ ਤਲਵਾਰਾਂ ਦੀਆਂ ਮੁੱਠੇ ਹਨ ਕਰੀਐ ਮਾਰ ਨਿਕਾਰ। ਕਹਿੰਦੇ ਚੰਗੀ ਤਰ੍ਹਾਂ ਮਾਰ ਮਾਰ ਕੇ ਇਹਨੂੰ ਬਾਹਰ ਕੱਢ ਦਈਏ ਸਭਾ ਵਿੱਚੋਂ। ਉਠੋ ਸੁਬਟ ਗਹੀਐ ਤੁਰਤ। ਓ ਸੂਰਬੀਰੋ ਉਠੋ ਛੇਤੀ ਦੇ ਕੇ ਕਹਿਰ ਨੂੰ ਫੜ ਲਓ। ਗੀਦੀ ਤੁਰਕ ਗਵਾਰ। ਜਿਹੜਾ ਵਸਮ ਮੁਸਲਮਾਨ ਮੂਰਖ ਪੈਂਦਾ ਕਰ ਡਰਪੋਕ ਹੈ। ਸਵਈਆ ਛੰਦ ਸੁਨ ਗੁਰ ਆਇਸ ਉਠੇ ਸੁਬਟ ਗਨ। ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਸੁਣ ਕੇ ਬਹੁਤੇ ਸੂਰਵੀਰ ਫਿਰ ਉੱਠ ਖੜੋਤੇ। ਕਹੇ ਕੁਭਾਗਨ ਲਾਤ ਪ੍ਰਹਾਰ। ਕਹੇ ਕੁਬਾਕਨ ਲਾਤ ਪ੍ਰਹਾਰ। ਬਸ ਖੁੱਟੇ ਬਚਨ ਕਹਿਣੇ ਸ਼ੁਰੂ ਕਰਤੇ, ਲੱਤਾਂ ਮਾਰਨੀਆਂ, ਸਾਨੂੰ ਮੁੱਕਾ ਮਾਰਨਾ ਸ਼ੁਰੂ ਕਰ ਦਿੱਤਾ। ਗੁਰੂ ਸਭਾ ਤੇ ਨਿਕਸਹ ਬਾਹਰ। ਲੋਨ ਹਰਾਮੀਆਂ ਝੂਠ ਬੋਲਣ ਵਾਲਿਆ ਪੈਂਦੇ ਆ, ਗੁਰੂ ਹਰਗੋਬਿੰਦ ਸਾਹਿਬ ਦੀ ਸਭਾ ਤੋਂ ਤੂੰ ਬਾਹਰ ਨਿਕਲ ਜਾ। ਕਿਨਹੋ ਚਪੇਟ ਬਦਨ ਪਰ ਮਾਰ। ਕਿਸੇ ਨੇ ਕਹਿੰਦੇ ਮੂੰਹ ਤੇ ਚੰਗੀ ਤਰ੍ਹਾਂ ਬਣਾ
10 ਵਾਰ ਕੇ ਚਪੇੜ ਮਾਰੀ ਹੈ। ਮੁਸਟਨ ਮਾਰ ਹੱਥ ਹੈ ਕੋ ਕਬਜੇ। ਕੋਈ ਕਹਿੰਦੇ ਮੁੱਕੇ ਘੁਸਨ ਮਾਰੀ ਜਾਂਦੇ, ਕੋਈ ਤਲਵਾਰਾਂ ਦੇ ਮੁੱਠੇ ਜੇ ਮਾਰਦੇ ਹਨ। ਰਿਸ਼ਤੇ ਭਗਿਆ ਦੀਨ ਉਤਾਰ। ਕਈਆਂ ਨੇ ਗੁੱਸੇ ਵਿੱਚ ਆ ਕੇ ਇਹਦੀ ਸਿਰਤੀ ਪੱਗ ਜੀ ਲਾ ਦਿੱਤੀ ਹੈ। ਦੇਨ ਧਕੇਲਾ ਚਾਲਤ ਮੇਲਾ। ਦੇਤ ਧਕੇਲਾ ਚਾਲਤ ਮੇਲਾ। ਹਾਂ ਕਹਿੰਦੇ ਇਸ ਤਰ੍ਹਾਂ ਧੱਕਾ ਦਿੰਦੇ ਆ ਤੇ ਮਿਲਕੇ ਦੇ ਚੱਲਦੇ ਹਨ ਨਾਲ। ਉਠਿਓ ਧਕੇਲਤ ਫੇਰ ਨਿਹਾਰ। ਕਹਿੰਦੇ ਫਿਰ ਉੱਠਿਆ ਹੋਇਆ ਦੇਖਦੇ ਹਨ, ਫਿਰ ਧਕੇਲ ਦਿੰਦੇ, ਫਿਰ ਧੱਕਾ ਦੇ ਦਿੰਦੇ। ਲੈ ਕਰ ਜਾਤ ਮਾਰ ਬਹੁ ਕਰਤੇ। ਕਹਿੰਦੇ ਧੱਕੇ ਮਾਰ ਮਾਰ ਕੇ ਤੈਨੂੰ ਲਈ ਜਾ ਰਹੇ ਆ। ਤਉ ਗਰਭ ਤੇ ਗਿਰਾ ਸੁਨਾਏ। ਵੀ ਹੰਕਾਰ ਦੇ ਵਿੱਚ ਆ ਕੇ ਪੈਂਦੇ ਖਾਂ ਲੂਣ ਹਰਾਮੀ ਇਹੋ ਜੀਆਂ ਗੱਲਾਂ ਸੁਣਾ ਸੁਣਾ ਕੇ ਆਖਦਾ ਹੈ। ਸ੍ਰੀ ਗੁਰ ਮੋਹ ਸੰਗ ਜਿਮ ਕੀਨੀ। ਇਹ ਗੁਰੂ ਹਰਗੋਬਿੰਦ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਮਾੜੀ ਕੀਤੀ, ਬੁਰੀ ਕੀਤੀ, ਇਸ ਕੋ ਫਲ ਤੁਮ ਲੈ ਹੋ ਪਾਏ। ਮੈਂ ਪੈਂਦੇ ਖਾਂ ਤੁਹਾਨੂੰ ਕਹਿਣਾ ਇਹਦਾ ਫਲ ਤੁਸੀਂ ਛੇਤੀ ਪਾ ਲਓਗੇ। ਸ਼ਾਹ ਜਹਾਂ ਸੋ ਮਿਲ ਕੇ ਸਭ ਕਹੈ। ਕਹਿੰਦੇ ਸ਼ਾਹਜਹਾਂ ਨੂੰ ਹੁਣ ਜਾ ਕੇ ਮੈਂ ਮਿਲੂੰਗਾ, ਸਾਰੀ ਗੱਲ ਬਹਿਮਤ ਮੈਂ ਆਪਣੀ ਆਖੂੰਗਾ ਵੀ ਹਾਂ ਮੇਰੇ ਨਾਲ ਉਹਨਾਂ ਨੇ ਬੁਰੀ ਕੀਤੀ, ਧੱਕੇ ਘੁਸਨ ਮਰਵਾਏ ਮੇਰੇ। ਸ਼ੀਗਰ ਬਾਹਨੀ ਬ੍ਰਿੰਦ ਚੜਾਏ। ਬਸ ਨੂੰ ਕਹਿ ਤੇ ਬੜੀ ਭਾਰੀ ਜਿਹੜੀ ਫੌਜ ਆ ਚੜਾ ਕੇ ਲਿਆਵਾਂਗਾ। ਆਨ ਕਹੋ ਤੁਮ ਕੋ ਨਿਜ ਬਲ ਤੇ। ਆਪਣੇ ਬਲ ਦੇ ਨਾਲ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਤੁਹਾਨੂੰ ਮੈਂ ਪਕੜ ਲਵਾਂਗਾ। ਤੋ ਪਲਟਾ ਮੇਰੇ ਕਰ ਆਏ। ਫਿਰ ਜਿਹੜਾ ਬਦਲਾ ਮੇਰੇ ਹੱਥਾਂ ਵਿੱਚ ਆਏਗਾ, ਜਿਹੜਾ ਮੇਰੀ ਨਰਾਦਰੀ ਕੀਤੀ ਇਹਦਾ ਬਦਲਾ ਮੈਂ ਲੈ ਲਵਾਂਗਾ। ਸ੍ਰੀ ਗੁਰ ਭਨਿਓ ਜਥਾ ਤੁਵ ਮਨ ਮੈਂ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੋ ਲੂਣ ਹਰਾਮੀ ਜਿਵੇਂ ਤੇਰੇ ਮਨ ਵਿੱਚ ਆਉਂਦਾ ਹੈ, ਤਥਾ ਕਰੋ ਬਲ ਬੁੱਧ ਉਪਜਾਏ। ਉਵੇਂ ਵੀ ਤੂੰ ਆਪਣਾ ਬੁੱਧੀ ਦਾ ਬਲ ਪੈਦਾ ਕਰਕੇ ਕਰ ਕਰਾ ਲਵੀਂ। ਇਮ ਤੁਮ ਕਹਿਦੇ ਡਰਤ ਨਹੀਂ ਹਮ। ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਦਬਕਿਆਂ ਦੀਆਂ ਧਮਕੀਆਂ ਦੇ ਕਹਿਣ ਨਾਲ ਅਸੀਂ ਨਹੀਂ ਤੇਥੋਂ ਡਰਦੇ ਡਰਦੇ। ਨਿਜ ਕਰਨੀ ਫਲ ਕੋ ਅਬ ਪਾਏ। ਮਹਾਰਾਜ ਕਹਿੰਦੇ ਕਸੂਰ ਤਾਂ ਤੇਰਾ ਹੀ, ਆਪਣੀ ਕੀਤੀ ਹੋਈ ਕਰਨੀ ਦਾ ਹੀ ਫਲ ਤੂੰ ਪਾਇਆ। ਝੂਠ ਬੋਲਿਆ ਘਰ ਵਿੱਚ ਰੱਖ ਕੇ, ਫਿਰ ਸਭ ਕੁਝ ਲੂਣ ਹਰਾਮੀ ਬਣ ਗਿਆ। ਨਿਮਕ ਹਰਾਮੀ ਬਾਜ ਦੁਰਾਇਓ। ਲੂਣ ਹਰਾਮੀ ਆ, ਪਹਿਲਾਂ ਤੋਂ ਘਰ ਦੇ ਵਿੱਚ ਬਾਜ ਲੁਕੋ ਲਿਆ। ਪੂਰੀ ਸਪਥ ਕਰੀ ਇਸ ਥਾਏ। ਫਿਰ ਇੱਥੇ ਦੀਵਾਨ ਵਿੱਚ ਆ ਕੇ ਸੰਗਤ ਦੇ ਸਾਹਮਣੇ ਤੂੰ ਝੂਠੀਆਂ ਕਸਮਾਂ ਖਾ ਲਈਆਂ। ਚਾਹੀਅਤ ਕੈਦ ਤਉ ਤੁਝ ਛੋਰਾ। ਕਹਿੰਦੇ ਤੈਨੂੰ ਤਾਂ ਕੈਦ ਕਰਕੇ ਇੱਥੇ ਬੰਨ ਕੇ ਨੂੜ ਕੇ ਰੱਖਣਾ ਚਾਹੀਦਾ ਸੀ ਚੰਦੂ ਵਾਹੂ, ਪਰ ਫਿਰ ਵੀ ਤੈਨੂੰ ਕਹਿੰਦੇ ਅਸੀਂ ਛੱਡ ਦਿੱਤਾ ਹੈ। ਕਰਤ ਰਹੋ ਜੈਸੇ ਮਨ ਭਾਏ। ਜਿਵੇਂ ਤੇਰੇ ਮਨ ਨੂੰ ਪਾਉਂਦਾ ਚੰਗਾ ਲੱਗਦਾ ਉਵੇਂ ਤੂੰ ਕਰਦਾ ਰਹ ਹੁਣ। ਨਿਸ਼ਠੁਰ ਸੁਨ ਪੁਨ ਸੁਭਟਨ ਰਿਸ ਮਨ। ਹਾਂ ਇਸ ਤਰ੍ਹਾਂ ਸਖਤ ਬਚਨ ਸੁਣ ਕੇ ਪੁਨः ਸੂਰਬੀਰਾਂ ਨੇ ਗਹੀ ਗਰੀਬ ਲੈ ਚੱਲੇ ਧਕੇਲ। ਮਨ ਵਿੱਚ ਕਹਿੰਦੇ ਗੁੱਸਾ ਜਾ ਧਾਰ ਕੇ ਪੈਂਦੇ ਸਾਨੂੰ ਗਿੱਚੀ ਤੋਂ ਫੜ ਕੇ ਧੱਕੇ ਮਾਰਦੇ ਲੈ ਚੱਲੇ। ਮਾਰਤ ਮੁਸ਼ਟਨ ਲਾਤਨ ਕੋ ਤਨ। ਕੋਈ ਮੁੱਕੀਆਂ ਮਾਰ ਰਿਹਾ, ਕੋਈ ਲੱਤਾਂ ਮਾਰੀ ਜਾ ਰਿਹਾ ਸਰੀਰ ਤੇ। ਕਰਿਓ ਅਗਾਰੀ ਬਲ ਤੇ ਪੇਲ। ਉਹ ਕਹਿੰਦੇ ਬਲ ਦੇ ਨਾਲ ਦਬਾ ਕੇ ਨਾ ਅੱਗੇ ਨੂੰ ਮੂਹਰੇ ਲਾ ਲਿਆ ਹੈ। ਅਜ ਹੋ ਮੂਡ ਤੂੰ ਬੋਲਤ ਸਮਸਰ। ਸੂਰਬੀਰ ਬਹਾਦਰ ਕਹਿੰਦੇ ਉਹ ਮੂਰਖ ਅਜੇ ਵੀ ਤੂੰ ਬਰਾਬਰ ਹੋ ਕੇ ਸਾਹਮਣੇ ਹੋ ਕੇ ਬੋਲਦਾ ਚੱਲਦਾ। ਬਚ ਕੇ ਜਾਹੋ ਗ੍ਰਾਮ ਨਿਜ ਗੈਲ। ਤੂੰ ਜਾਉਂਦਾ ਬਜ ਕੇ ਆਪਣੇ ਘਰ ਦੇ ਪਿੰਡ ਦੇ ਰਸਤੇ ਚਲਿਆ ਜਾ। ਸ੍ਰੀ ਕਰਤਾਰਪੁਰੇ ਕੀ ਹੱਦ ਲੋ। ਉਹ ਕਹਿੰਦੇ ਮਾਰ ਕੁਟਾਈ ਕਰਦੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਜਿੱਥੋਂ ਤੱਕ ਹੱਦ ਹੈ ਸੀ। ਕਰਿਓ ਨਿਕਾਰਨ ਹੋਏ ਕਰ ਗੈਲ। ਇਹਦੇ ਪਿੱਛੇ ਲੱਗ ਕੇ ਮਗਰ ਲੱਗ ਕੇ ਕਰਤਾਰਪੁਰ ਦੀ ਹੱਦ ਤੋਂ ਇਹਨੂੰ ਬਾਹਰ ਕੱਢ ਦਿੱਤਾ ਹੈ। ਅਦਕ ਮਾਰ ਕਰ ਦੁਖਤ ਕਰਿਓ ਬਹੁ। ਬਹੁਤੀ ਮਾਰ ਕੀਤੀ ਹੈ ਜਿਸ
ਕਰਕੇ ਬਹੁਤਾ ਦੁਖੀ ਇਹਨੂੰ ਕਰ ਦਿੱਤਾ ਹੈ। ਸਤਿਗੁਰ ਕੇ ਜੋਧਾ ਪੁਨ ਆਏ। ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਜੰਗੀ ਯੋਧੇ ਵਾਪਸ ਆ ਗਏ ਹਨ। ਛੋਟੇ ਮੀਰ ਗ੍ਰਾਮ ਕੇ ਮਾਰਗ। ਇਧਰ ਪੈਂਦੇ ਖਾਂ ਜਿਹੜਾ ਛੋਟਾ ਮੀਰਪੁਰ ਪਿੰਡ ਹੈ। ਲੋਚਨ ਤੇ ਜਲ ਮੋਚਤ ਜਾਏ। ਰਸਤੇ ਵਿੱਚ ਚਲਿਆ, ਨੇਤਰਾਂ ਵਿੱਚੋਂ ਕਹਿੰਦੇ ਅਥਰੂ ਕਿਰਦੇ ਛੱਡਦੇ ਜਾਂਦਾ, ਰੋਂਦਾ ਜਾਂਦਾ ਹੈ। ਦੀਰਘ ਸਵਾਸ ਲੇਤ ਹੈ ਪੁੰਨ ਪੁੰਨ। ਬਾਰ ਬਾਰ ਵਿਚਾਰਾ ਲੰਮੇ ਜੇ ਹੌਕੇ ਲੈਂਦਾ ਹੈ। ਸੂਕੇ ਆਦਰ ਬਦਨ ਕੁਮਲਾਏ। ਬੁੱਲ ਜੇ ਵੀ ਸੁੱਕ ਗਏ, ਮੂੰਹ ਵੀ ਇਹਦਾ ਕੁਮਲਾ ਗਿਆ, ਮੁਰਝਾ ਗਿਆ ਹੈ। ਸਿਰ ਕੇ ਬਾਰ ਉਰਜ ਕਰ ਬਿਥਰੇ। ਹਾਂ, ਸਿਰ ਦੇ ਜਿਹੜੇ ਬਾਲ ਜੇ ਸੀ ਉਲਝ ਗਏ, ਉਹ ਵੀ ਫੈਲ ਗਏ ਹਨ। ਵਸਤਰ ਫਟੇ ਕੁਛ ਵੱਡ ਬਿਕਲਾਏ। ਵਸਤਰ ਜੇ ਵੀ ਪਾਟ ਗਏ ਹਨ ਤੇ ਬੜਾ ਭਾਰੀ ਵਿਆਕਲ ਜਾ ਵੀ ਹੋਇਆ ਹੈ। ਹਿਰਦੈ ਵਿਚਾਰਤ ਪੰਥ ਸਿਧਾਰਤ। ਹਿਰਦੇ ਵਿੱਚ ਵਿਚਾਰ ਕਰਦਾ ਹੈ, ਰਸਤੇ ਵਿੱਚ ਜਾ ਰਿਹਾ ਹੈ। ਗੁਰ ਕੇ ਸਮੁਖ ਕਰੋ ਮੈਂ ਜੰਗ। ਵੇ ਗੁਰੂ ਹਰਗੋਬਿੰਦ ਦੇ ਸਾਹਮਣੇ ਹੋ ਕੇ ਮੈਂ ਵੀ ਜੰਗ ਕਰਾਂਗਾ ਉਹਨਾਂ ਨਾਲ। ਹੋਏ ਸਮੀਪ ਗਹਿ ਲੈ ਹਾਂ ਤਤ ਛਿਨ। ਹਾਂ, ਮਹਾਰਾਜ ਦੇ ਨੇੜੇ ਹੋ ਕੇ ਬੜੀ ਛੇਤੀ ਉਹਨਾਂ ਨੂੰ ਮੈਂ ਫੜ ਲਵਾਂਗਾ। ਘਰ ਮੈਂ ਵਸਤਰ ਪਾਏ ਬਲ ਸੰਗ। ਆਪਣੇ ਬਲ ਦੇ ਨਾਲ ਮਹਾਰਾਜ ਦੇ ਗਲ ਵਿੱਚ ਸਾਫਾ ਪਾ ਕੇ ਕਰੋ ਦੀਨ ਤਬ ਪ੍ਰਾਪਤ ਪਲਟਾ। ਮੈਂ ਗੁਰੂ ਮਹਾਰਾਜ ਨੂੰ ਦੀਨ ਕਰ ਆਪਣੇ ਬਸ ਕਰ ਲਿਆ, ਫਿਰ ਬਦਲਾ ਮੈਨੂੰ ਪ੍ਰਾਪਤ ਹੋਊਗਾ। ਜੀਵਨ ਹੋਏ ਤਬੈ ਸਰਬੰਗ। ਫਿਰ ਹੀ ਸਭ ਤਰ੍ਹਾਂ ਕਰਕੇ ਮੇਰਾ ਸੰਸਾਰ ਵਿੱਚ ਅਸਲੀ ਜਿਉਣਾ ਹੋਵੇਗਾ। ਤੋ ਪੈਂਦਾ ਮੈਂ ਨਾਮ ਕਹਾਵਾਂ। ਗਲ ਵਿੱਚ ਫਾਹਾ ਸਾਫਾ ਪਾ ਕੇ ਗੁਰੂ ਨੂੰ ਫੜ ਕੇ ਲਿਆਂਦਾ, ਫਿਰ ਮੈਂ ਆਪਣਾ ਨਾਮ ਜਿਹੜਾ ਪੈਂਦੇ ਅਖਵਾਵਾਂਗਾ। ਬੈਠੋ ਖਾਨਨ ਸਭਾ ਉਮੰਗ। ਫਿਰ ਜਿਹੜੀ ਪਠਾਣਾ ਦੀ ਸਭਾ, ਉਹਦੇ ਵਿੱਚ ਚਾਅ ਉਰਸ਼ਾ ਨਾਲ ਖੁਸ਼ੀ ਨਾਲ ਬੈਠਾਂਗੇ ਵੀ ਅਸੀਂ ਇਹੋ ਜਿਹੇ ਬਲੀ ਲੋਕ ਹੈ। ਜਿਨ ਮਹਿ ਹੋ ਤੋ ਸਨੇਹ ਅਦਕ ਹੀ। ਕਹਿੰਦੇ ਜਿਸ ਗੁਰੂ ਦੇ ਨਾਲ ਮੇਰਾ ਬਹੁਤਾ ਪ੍ਰੇਮ ਪਿਆਰ ਹੈ ਸੀ। ਹੋਣਹਾਰ ਅਸ ਦ્વੈਸ਼ ਉਪਾਏ। ਹੋਣਹਾਰ ਨੇ ਐਸੀ ਦ્વੈਸ਼ ਪੈਦਾ ਕਰ ਦਿੱਤੀ। ਸਾਧਨ ਪ੍ਰਵੇਸ਼ਿਓ ਤੂਸ਼ਨ ਮੁਖ ਤੇ। ਹਾਂ, ਮੁਖੋਂ ਚੁੱਪ ਹੈ, ਵਿਚਾਰਾ ਘਰ ਵਿੱਚ ਵੜ ਗਿਆ ਹੈ। ਅਗਰ ਦਮਾਦ ਮਿਲਿਓ ਦੁਖ ਪਾਏ। ਅੱਗੇ ਜਿਹੜਾ ਇਹਦਾ ਜਵਾਈ ਹੈ ਸਮਾਨ ਖਾਂ, ਉਹ ਵਿਚਾਰਾ ਦੁੱਖ ਪਾ ਕੇ ਮਿਲਿਆ ਹੈ। ਬਿਸਮਤ ਕਹਿਤ ਬਾਜ ਕਿਨ ਚੋਰਿਓ। ਹਾਂ, ਪੈਂਦੇ ਖਾਂ ਨੂੰ ਹੈਰਾਨ ਜਾ ਹੋ ਕੇ ਕਹਿੰਦਾ, ਦੱਸ ਬਈ ਕਿਵੇਂ ਜਿਹੜਾ ਬਾਜ ਹੈ ਕਿਵੇਂ ਕਿਸੇ ਨੇ ਚੁਰਾ ਲਿਆ। ਕੋਸ਼ਿਸ਼ ਖੜਗ ਸਮੇਤ ਉਠਾਏ। ਹੋਰ ਤਾਂ ਹੋਰ ਕੀ ਆ, ਪੋਸ਼ਾਕ ਕਿੱਲੇ ਨਾਲ ਟੰਗੀ ਸੀ, ਤਲਵਾਰ ਢਾਲ ਸਰਾਣੇ ਪਈ ਸੀ, ਉਹਦੇ ਸਮੇਤ ਹੀ ਸਭ ਕੁਝ ਚੁੱਕ ਕੇ ਲੈ ਗਿਆ। ਨਹੀਂ ਸਦਨ ਮੈਂ ਕੋ ਨਾਰ ਤਸਕਰ। ਹਾਂ, ਕਹਿੰਦੇ ਸਾਡੇ ਘਰ ਦੇ ਵੀ ਤਾਂ ਕੋਈ ਚੋਰ ਹੈ ਨਹੀਂ। ਕੋ ਅਸ ਪਹੁੰਚਿਓ ਲੀਏ ਚੁਰਾਏ। ਬਾਹਰੋਂ ਕਿਹੜਾ ਐਸਾ ਬਲੀ ਪਹੁੰਚ ਗਿਆ ਜਿਹਨੇ ਸਾਰਾ ਕੁਛ ਹੀ ਚੁਰਾ ਲਿਆ, ਚੁੱਕ ਕੇ ਲੈ ਗਿਆ। ਸੁਨ ਦਮਾਦ ਤੇ ਦੁਖੀ ਅਦਕ ਮਨ। ਆਪਣੇ ਜਵਾਈ ਅਸਮਾਨ ਥਾਂ ਤੋਂ ਸੁਣ ਕੇ ਬਹੁਤ ਮਨ ਵਿੱਚ ਦੁਖੀ ਹੋ ਕੇ ਤਾੜ ਬਿਲੋਚਨ ਬੋਲਤ ਬਾਤ। ਹਾਂ, ਇਸ ਤਰ੍ਹਾਂ ਨੇਤਰਾਂ ਨਾਲ ਤਾੜ ਕੇ ਬੋਲਦਾ ਉਹਨੂੰ ਗੱਲਬਾਤ। ਪਤ ਮੇਰੀ ਮਹਿ ਰਖਣਾ ਪਾਏ। ਉਹ ਜਵਾਈਆ, ਤੂੰ ਮੇਰੀ ਇੱਜ਼ਤ ਔਰੋਂ ਵਿੱਚ ਬੜਾ ਭਾਰੀ ਫਰਕ ਪਾ ਦਿੱਤਾ। ਕਰੀ ਹਟਾਵਨ ਰੋਜੀ ਖਾਤ। ਹਾਂ, ਗੁਰੂ ਘਰ ਦੇ ਵਿੱਚ ਸੋਡਾ ਸੋਹਣੀ ਰੋਜੀ ਖਾਂਦੇ ਸੀ, ਚੰਗਾ ਅੰਨ ਪਾਣੀ ਮਿਲਦਾ ਸੀ, ਅੱਜ ਤੋਂ ਤੂੰ ਬੰਦ ਕਰਵਾ ਦਿੱਤਾ। ਤਉ ਨ ਬਾਜ ਨਿਕਟ ਰੱਖ ਸਾਕਿਓ। ਤਾਂ ਵੀ ਕਹਿੰਦੇ ਜਿਹੜਾ ਬਾਜ ਸੀ ਉਹ ਤੂੰ ਆਪਣੇ ਕੋਲ ਨਹੀਂ ਰੱਖ ਸਕਿਆ ਹੈ। ਦਿਨ ਮਹਿ ਚੁਰਵਾਇਵ ਲੱਖ ਘਾਤ। ਉਹ ਦਿਨ ਦੇ ਵਿੱਚ ਤੂੰ ਚੋਰੀ ਕਰਵਾ ਦਿੱਤਾ, ਦਾ ਕਾਜ ਨਾ ਕੇ। ਕ੍ਰੋਧਤ ਗੁਰੂ ਮਾਰ ਕਰਵਾਏ। ਉਹ ਗੁਰੂ ਮਹਾਰਾਜ ਨੂੰ ਪਤਾ ਲੱਗ ਗਿਆ, ਉਹਨਾਂ ਨੇ ਗੁੱਸੇ ਹੋ ਕੇ ਮੇਰੇ ਤੇ ਬੜੀ ਮਾਰ ਕਰਵਾਈ ਹੈ। ਦਿਓ ਨਿਕਾਸ ਮੋਹ ਹੱਥ ਲਾ। ਮੇਰੇ ਤਾਂ ਲੱਤਾਂ ਘੁਸਨ ਮੁੱਕੇ ਮਾਰ ਮਾਰ ਕੇ, ਧੱਕੇ ਮਾਰ ਕੇ ਬਾਹਰ ਕਢਾ ਦਿੱਤਾ ਉਹਨਾਂ ਨੇ। ਕਹਿ ਦਮਾਦ ਨਹਿ ਚਿੰਤਾ ਧਰੀਐ ਹੈ। ਹਾਂ, ਜਵਾਈ ਅਸਮਾਨ ਕਹਿਣ ਲੱਗਿਆ, ਉਹ ਪੈਂਦੇ ਖਾਂ ਤੂੰ ਕੋਈ ਚਿੰਤਾ ਨਾ ਕਰ। ਤੁਝ ਬਲ ਜਾਨਤ ਜਗ ਬਖਿਆਏ।
ਪ੍ਰਗਟਿਆ। ਤੇਰਾ ਜਿਹੜਾ ਬਲ ਹੈ ਸਾਰੇ ਸੰਸਾਰ ਦੇ ਵਿੱਚ ਲੋਕ ਜਾਣਦੇ ਪ੍ਰਗਟ ਹੀ। ਸ਼ਾਹ ਜਹਾਂ ਕੇ ਸੰਗ ਮਿਲਾਵਾ। ਤੈਨੂੰ ਜਿਹੜਾ ਸ਼ਾਹ ਜਹਾਨ ਉਹਦੇ ਨਾਲ ਮੈਂ ਜਾ ਕੇ ਮਿਲਾ ਦੇਵਾਂਗਾ। ਅਦਿਕ ਜੀਵ ਕਾ ਦਹਿ ਦਾਤ। ਕਹਿੰਦੇ ਉੱਥੇ ਤੈਨੂੰ ਬੜਾ ਹੀ ਭਾਰੀ ਤਨਖਾਹ ਦੇਵੇਗਾ, ਹੋਰ ਤੈਨੂੰ ਦਾਤ ਹੋਰ ਇਨਾਮ ਵਗੈਰਾ ਵੀ ਦੇ ਦੇਵੇਗਾ। ਲਸ਼ਕਰ ਸੰਗ ਹਜ਼ਾਰਾਂ ਲੈ ਕੇ। ਭਾਈ ਸ਼ਾਹ ਜਹਾਂ ਨੂੰ ਮਿਲ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਦਾ ਦਲ ਲੈ ਕੇ ਪੁਨ ਆਵਹਿ ਹਮ ਚੱਡ ਕਰ ਘਾਤ। ਫੇਰ ਗੁਰੂ ਨੂੰ ਮਾਰਨ ਵਾਸਤੇ ਉੱਥੋਂ ਅਸੀਂ ਝੜ ਕੇ ਆ ਜਾਵਾਂਗੇ। ਕਿਦੋਂ ਪਕੜ ਕਰ ਲੈ ਗੁਰ ਚੱਲ ਹੈ। ਜਾਂ ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਕੇ ਲੈ ਚੱਲਾਂਗੇ। ਸ਼ਾਹ ਜਹਾਂ ਢਿੱਗ ਤੋ ਸ਼ੁਭ ਬਾਤ। ਸ਼ਾਹ ਜਹਾਂ ਦੇ ਕੋਲ ਜਦੋਂ ਲੈ ਕੇ ਚੱਲਾਂਗੇ ਫਿਰ ਸਾਡੇ ਲਈ ਬੜੀ ਚੰਗੀ ਗੱਲਬਾਤ ਹੋਵੇਗੀ। ਬਾਜ ਚੁਰਾਇਓ ਪਿਖਿਓ ਨ ਦ੍ਰਿਗ ਮੈਂ। ਕਹਿੰਦੇ ਜਦੋਂ ਬਈ ਬਾਜ ਨੂੰ ਚੋਰੀ ਕੀਤਾ ਮੈਂ ਅੱਖਾਂ ਨਾਲ ਵੇਖ ਨਹੀਂ ਸਕਿਆ ਉਸ ਸਮੇਂ। ਪਹੁੰਚਿਓ ਕੁਸ਼ਲ ਸਹਿਤ ਤਹਿ ਜਾਏ। ਆਓ ਬਈ ਸੁਖ ਸਾਂਦ ਰਾਜੀ ਖੁਸ਼ੀ ਜਾ ਪਹੁੰਚਿਆ ਉਸ ਥਾਂ ਤੇ। ਕੈਸੋ ਹੋਤ ਅਨੇਕ ਭਟ ਸੰਗੈ। ਜੇ ਕਹਿੰਦੇ ਮੈਂ ਜਾਗਦਾ ਹੁੰਦਾ ਭਾਵੇਂ ਕਿਸ ਤਰ੍ਹਾਂ ਦਾ ਹੁੰਦਾ, ਕਿੰਨੇ ਉਹਦੇ ਨਾਲ ਅਨੇਕਾਂ ਸੂਰਬੀਰ ਹੁੰਦੇ। ਮਾਰ ਖੜਗ ਦੇ ਤੋ ਉਥ ਲਾਏ। ਮੈਂ ਕਹਿੰਦੇ ਤਲਵਾਰ ਮਾਰ ਮਾਰ ਕੇ ਉਟਾ ਕੇ ਸਾਰਿਆਂ ਨੂੰ ਸਿੱਟ ਦੇਣਾ ਸੀ। ਸੁਪਤ ਮਿਰਤਕ ਕੇ ਸੰਸਾਰ ਕਹੀਅਤ। ਕਿਉਂਕਿ ਸਿਆਣੇ ਕਹਿੰਦੇ ਐ ਜਦੋਂ ਮਨੁੱਖ ਸੁੱਤਾ ਪਿਆ ਹੁੰਦਾ ਨਾ ਉਹ ਤਾਂ ਮਰੇ ਦੇ ਤੋਲੀ ਆਖੀਦਾ ਹੈ। ਕਹਾ ਕਰਾਂ ਕੁਛ ਕਹਿਓ ਨ ਜਾਏ। ਉਹ ਦੱਸ ਇਸ ਪੈਂਦੇ ਖਾਂ ਕੀ ਕਹਾਂ, ਹੁਣ ਕੀ ਕਰਿਆ ਨਹੀਂ ਕੁਝ ਜਾਂਦਾ, ਸੁੱਤਾ ਹੀ ਪਿਆ ਸੀ ਮੈਂ ਤਾਂ। ਅਬ ਪਲਟਾ ਲੈਬੇ ਕਹ ਸਮਰਥ। ਹਾਂ ਹੁਣ ਇਹ ਗੱਲ ਦਾ ਬਦਲਾ ਲੈਣ ਵਾਸਤੇ ਮੈਂ ਬੜਾ ਭਾਰੀ ਤਾਕਤਵਰ ਹਾਂ। ਦਿਨ ਥੋਰਨ ਮੈਂ ਕਰਾਂ ਉਪਾਏ। ਬਸ ਥੋੜੇ ਦੇ ਦਿਨਾਂ ਵਿੱਚ ਹੀ ਮੈਂ ਉਪਰਾਲਾ ਹੀਲਾ ਕਰਾਂਗਾ। ਤਰਹੋ ਖਾਨ ਜੀ ਧੀਰਜ ਉਰ ਮੈਂ। ਉਹ ਪੈਂਦੇ ਖਾਨ ਜੀ ਤੁਸੀਂ ਹਿਰਦੇ ਵਿੱਚ ਹੁਣ ਹੌਸਲਾ ਧੀਰਜ ਧਾਰੋ। ਤਿਆਗੋ ਚਿੰਤਾ ਸ਼ੋਕ ਨ ਧਾਰ। ਚਿੰਤਾ ਕਰਨੀ ਵੀ ਛੱਡ ਦਿਓ, ਸ਼ੋਕ ਨਾ ਧਾਰੋ। ਢੀਲ ਵੱਡੋ ਆਰ ਪਰਾਕਰਮ ਦੀਰਗ। ਬੜਾ ਕੱਢ ਕਾਠ ਹੈ ਤੁਹਾਡੇ ਵਿੱਚ, ਪਰ ਵਿਸ਼ੇਸ਼ ਕਰਕੇ ਬਲ ਬਹੁਤ ਹੈ। ਕੌਣ ਸਕਹਿ ਰਣ ਬਿਖੈ ਸਹਾਰ। ਹਾਂ ਕਹਿੰਦੇ ਜਦੋਂ ਅਸੀਂ ਜੰਗ ਯੁੱਧ ਵਿੱਚ ਹੀ ਆ ਗਏ, ਸਾਡੇ ਸ਼ਾਸਤਰ ਚਲਾਏ ਨੂੰ ਕੌਣ ਕੋਈ ਸਹਾਰ ਸਕੇਗਾ। ਆਪਣੋ ਬਲ ਨ ਵਿਸਾਰਹੁ ਚਿਤ ਤੇ। ਉਹ ਪੈਂਦੇ ਖਾਂ ਜਿਹੜਾ ਤੇਰੇ ਸਰੀਰ ਵਿੱਚ ਬਲ ਹੈ ਉਹਨੂੰ ਹਿਰਦੇ ਵਿੱਚੋਂ ਨੂੰ ਨਾ ਭੁਲਾ। ਉਦਮ ਧਰੋ ਲੇਹ ਰਿਪ ਮਾਰ। ਹਾਂ ਉਦਮ ਧਾਰ ਆਪਣੇ ਬੈਰੀ ਗੁਰੂ ਨੂੰ ਮਾਰ ਲਾ। ਕਰਹੋ ਇਸ਼ਨਾਨ ਬਦਨ ਬਸਨ ਸ਼ੁਭ ਪਹਿਰੋ। ਪੈਂਦੇ ਖਾਂ ਇਸ਼ਨਾਨ ਕਰ ਲਾ, ਕਪਾਟੇ ਪੁਰਾਣੇ ਜੇ ਕੱਪੜੇ ਲਾ ਕੇ ਸੋਹਣੇ ਚੰਗੇ ਨਵੇਂ ਪਹਿਨ ਲਾ। ਜਹ ਕਹਿ ਨਿਜ ਹਾਨੀ ਨਾ ਉਚਾਰ। ਜਿੱਥੇ ਕਿੱਥੇ ਕੋਈ ਲੋਕ ਪੁੱਛਣ ਉੱਥੇ ਆਪਣੀ ਮੇਰੀ ਵੀ ਹਾਨੀ ਹੋਈ ਹੈ ਵੀ ਲੋਕ ਸਿੱਖਾਂ ਨੇ ਸਾਨੂੰ ਮੁੱਕੀ ਮਾਰ ਕੇ ਧੱਕੇ ਮਾਰ ਕੇ ਮੈਨੂੰ ਬਾਹਰ ਕੱਢਿਆ, ਇਹ ਨਾ ਕਿਸੇ ਨੂੰ ਦੱਸੀ। ਕਹਿ ਪੈਂਦਾ ਮੁਝ ਸ਼ਾਂਤ ਨ ਪਰ ਹੈ। ਪੈਂਦੇ ਖਾਨ ਕਹਿਣ ਲੱਗਾ ਉਸਮਾਨ ਖਾਂ ਮੇਰੇ ਮਨ ਵਿੱਚ ਤਾਂ ਹੁਣ ਸ਼ਾਂਤੀ ਨਹੀਂ ਪੈਂਦੀ ਹੈ। ਕਰਕਤ ਹਿਰਦੈ ਪਰੀ ਤਨ ਮਾਰ। ਇੰਨੀ ਸਰੀਰ ਤੇ ਮਾਰ ਕੁੱਟ ਪਈ ਉਹ ਤਾਂ ਅੰਦਰ ਕਹਿੰਦੇ ਰੜਕਰੀ ਪੀੜਾ ਕਰ ਰਹੀ ਹੈ। ਅਦਕ ਅਨਾਦਰ ਤੇ ਦੁਖ ਪਾਵਤ। ਉੱਥੇ ਮੇਰਾ ਸੁਭਾਅ ਵਿੱਚ ਧੱਕੇ ਮਾਰ ਮਾਰ ਕੇ ਨਿਰਾਦਰ ਕੀਤਾ ਗਿਆ, ਉਹ ਨਿਰਾਦਰ ਦਾ ਮੈਂ ਬੜਾ ਦੁੱਖ ਪਾ ਰਿਹਾ ਹਾਂ। ਮਰਿਓ ਨ ਮੈਂ ਸਭ ਲਈ ਸਹਾਰ। ਉਹ ਸਮਾਨ ਖਾਂ ਕਹਿੰਦੇ ਬਸ ਮੈਂ ਸਾਰੀ ਉਹਨਾਂ ਦੀ ਜਿਹੜੀ ਕੁਸਨ ਮੁੱਕੀ ਸਹਾਰ ਲਈ, ਇੱਕ ਮੈਂ ਮਰਿਆ ਨਹੀਂ, ਬਾਕੀ ਮੈਨੂੰ ਛੱਡਿਆ ਕੋਈ ਨਹੀਂ, ਮਾਰਨ ਦੀ ਕਸਮ ਮਰਿਆ ਵਰਗਾ ਕਰ ਹੀ ਦਿੱਤਾ ਹੈ। ਜਬ ਲੋ ਪਲਟਾ ਲਿਓ ਨ ਆਪਨੋ। ਜਿੰਨਾ ਚਿਰ ਮੇਰੀ ਮਾਰ ਕੁਟਾਈ ਦਾ ਕਹਿੰਦੇ ਇੱਜ਼ਤ ਲਾਹੀ ਦਾ ਬਦਲਾ ਨਹੀਂ ਮੈਂ ਲੈ ਲੈਂਦਾ। ਧਿਕ ਜੀਵਨ ਮੇਰੋ ਸੰਸਾਰ। ਉਹਨਾਂ ਚਿਰ ਤਾਂ ਸੰਸਾਰ ਦੇ ਵਿੱਚ ਜਿਹੜਾ ਮੇਰਾ ਜਿਉਣਾ ਹੈ ਕਹਿੰਦੇ ਉਹ ਸਿਰੇ ਲਾਹਨਤ ਹੈ। ਦਿਵਸ ਆਜ ਕੋ ਬਿਸਰੈ ਨਾਹੀ। ਉਹ ਸਮਾਨ ਖਾਂ ਅੱਜ
ਦਾ ਦਿਨ ਮੈਨੂੰ ਨਹੀਂ ਕਿਤੇ ਜ਼ਿੰਦਗੀ ਵਿੱਚ ਭੁੱਲੇਗਾ। ਮਰਨ ਪਰਯੰਤ ਕਰਿਓ ਨਿਰਧਾਰ। ਮੈਂ ਤਾਂ ਨਿਰਣਾ ਕਰ ਲਿਆ ਵੀ ਅੱਜ ਦਿਨ ਮੈਂ ਬਿਲਕੁਲ ਹੀ ਮਰ ਕੇ ਹੀ ਜਾਇਆ ਹਾਂ। ਇਤਿਆਦਿਕ ਕਰ ਬਾਤ ਪਰਸਪਰ। ਆਪੋ ਵਿੱਚ ਹੀ ਜਵਾਈ ਤੇ ਪੈਂਦੇ ਖਾਂ ਗੱਲਾਂ ਬਾਤਾਂ ਕਰ ਕਰਾ ਕੇ। ਕਰਿਓ ਇਸ਼ਨਾਨ ਪੈਂਦ ਖਾਂ ਬਾਰ। ਪਾਣੀ ਲੈ ਕੇ ਸ਼੍ਰੀ ਕਹਿੰਦੇ ਪੈਂਦੇ ਖਾਂ ਨੇ ਇਸ਼ਨਾਨ ਕਰ ਲਿਆ ਹੈ। ਨੀਠ ਨੀਠ ਤੇ ਖਾਣਾ ਖਾਇਆ ਹੋ। ਮਸਾਂ ਮਸਾਂ ਕਹਿੰਦੇ ਥੋੜਾ ਬਹੁਤਾ ਖਾਣਾ ਜਾਂ ਖਾਦਾ ਹੈ। ਖਾ ਅਸਮਾਨ ਭਨਿਓ ਬਹੁ ਬਾਰ। ਕਿਉਂਕਿ ਇਹਦੇ ਜਵਾਈ ਅਸਮਾਨ ਖਾਂ ਨੇ ਬਹੁਤੀ ਵਾਰ ਕਿਹਾ ਸੀ, ਜਿਸ ਕਰਕੇ ਵਿਚਾਰੇ ਨੇ ਖਾਦਾ ਪੀਤਾ ਹੈ। ਚਿਤਵਤ ਚਿੰਤਾ ਚਿਤ ਮਹਿ ਸੁਖ ਬਿਨ। ਸੁਖ ਤੋਂ ਬਗੈਰ ਚਿਤ ਵਿੱਚ ਚਿੰਤਾ ਕਰਕੇ ਬੜਾ ਚਿਤ ਦਾ ਬੜਾ ਸੋਚਦਾ ਹੈ। ਕੇਤਿਕ ਦਿਵਸ ਦੀਏ ਇਮਟਾਰ। ਕੁਝ ਕੁ ਦਿਨ ਕਹਿੰਦੇ ਇਸ ਤਰ੍ਹਾਂ ਇਹ ਪੈਂਦੇ ਖਾਨੇ ਲੰਘਾ ਦਿੱਤੇ। ਸਭ ਖਾਨਨ ਮਹਿ ਬਿਦਤ ਭਈ ਗਤ। ਉਧਰ ਜਿੰਨੇ ਮੀਰਪੁਰ ਛੋਟੇ ਪਿੰਡ ਦੇ ਪਠਾਨ ਸੀ, ਸਾਰਿਆਂ ਵਿੱਚ ਇਹ ਗੱਲ ਪ੍ਰਗਟ ਹੋ ਗਈ। ਨਿਮਕ ਹਰਾਮੀ ਕੇਤਕ ਉਚਾਰ। ਕਈ ਤਾਂ ਜਿਹੜੇ ਸਿਆਣੇ ਪਠਾਨ ਆ ਵੀ ਇਹ ਪੈਂਦੇ ਫਾਂਤਾ ਵੀ ਲੂਣ ਹਰਾਮੀ ਹੈ, ਗੁਰੂ ਘਰ ਦਾ ਲੂਣ ਫਾਣੀ ਖਾ ਕੇ ਉੱਥੇ ਚੋਰੀਆਂ ਕਰਨ ਲੱਗ ਪਿਆ, ਉੱਥੇ ਹੀ ਝੂਠ ਬੋਲਣ ਲੱਗ ਪਿਆ ਹੈ। ਬਸੀ ਨਾਮ ਬਹੁ ਗ੍ਰਾਮਨ ਕੋ ਕਹੈ। ਹਾਂ ਕਹਿੰਦੇ ਬਹੁਤੀਆਂ ਬਸਤੀਆਂ ਸੀ, ਇਸ ਤਰ੍ਹਾਂ ਕਹਿੰਦੇ ਉਹ ਬਹੁਤੀ ਬਸਤੀਆਂ ਦਾ ਨਾਮ ਕਹਿੰਦੇ ਬੱਸੀ ਕਰਕੇ ਉਹ ਪਿੰਡਾਂ ਦਾ ਨਾਂ ਕਿਹਾ ਜਾਂਦਾ ਸੀ। ਸਕਲ ਪਠਾਨਨ ਲੀਨ ਬਸਾਏ। ਸਾਰਿਆਂ ਕਹਿੰਦੇ ਉਹ ਪਠਾਨਾਂ ਨੇ ਰਲ ਮਿਲ ਕੇ ਛੋਟੀਆਂ ਛੋਟੀਆਂ ਬਸਤੀਆਂ ਬਸਾਈਆਂ ਹੋਈਆਂ ਸੀ, ਤੇ ਉਹਦਾ ਸਾਰੀਆਂ ਬਸਤੀਆਂ ਦਾ ਨਾ ਇੱਕ ਨਾਮ ਕਹਿੰਦੇ ਬੱਸੀ ਰੱਖਿਆ ਹੋਇਆ ਸੀ। ਸਭ ਮਹਿ ਫਿਰਿਓ ਸਲਾਹ ਕਰਤ ਇਮ। ਉਹ ਸਾਰੀਆਂ ਬਸਤੀਆਂ ਵਿੱਚ ਕਹਿੰਦੇ ਸਲਾਹਾਂ ਕਰਦਾ ਹੋਇਆ ਫਿਰਿਆ ਤੁਰਿਆ। ਹਿੰਦੂ ਗੁਰ ਸਭ ਕੋ ਦੁਖ ਕਹਿੰਦੇ ਉਹ ਦਾਏ। ਪਛਾਣੋ ਜਿਹੜਾ ਹਿੰਦੂਆਂ ਦਾ ਗੁਰੂ ਹਰਗੋਬਿੰਦ ਸਾਹਿਬ ਹੈ, ਸਾਰਿਆਂ ਨੂੰ ਦੁੱਖ ਦੇਣ ਵਾਲਾ ਹੈ। ਸਨੇ ਸਨੇ ਛੀਨਹਿ ਘਰ ਤੁਮਰੇ। ਉਹ ਪਠਾਣੋ ਸਮਝ ਜਾਓ, ਉਹਨੇ ਹੌਲੀ ਹੌਲੀ ਤੁਹਾਡੇ ਘਰ ਖੋ ਖਿੱਚ ਲੈਣੇ। ਨਹਿ ਜਾਨਹ ਕੁਛ ਕਰਹੁ ਉਪਾਏ। ਉਹ ਤੁਸੀਂ ਨਹੀਂ ਕੋਈ ਸਮਝਦੇ ਆ, ਕੁਝ ਨਾ ਕੁਝ ਉਹਨਾਂ ਨੂੰ ਮਾਰਨ ਦਾ ਇੱਥੋਂ ਕੱਢਣ ਦਾ ਉਪਰਾਲਾ ਹੀਲਾ ਕਰ ਲੋ। ਮਿਲਹੁ ਸਕਲ ਬਲ ਧਰਹੁ ਵਿਸਾਲਾ। ਸਾਰੇ ਪਠਾਨ ਮਿਲ ਜਾਓ, ਆਪਣਾ ਬਹੁਤਾ ਬਲ ਧਾਰੋ। ਮਹਾ ਸਤਰੂ ਕੋ ਲੈ ਜਿਮ ਕਾ। ਤੇ ਜਿਹੜਾ ਗੁਰੂ ਹਰਗੋਬਿੰਦ ਸਾਡਾ ਬਲੀ ਬਣਿਆ, ਇਹਨੂੰ ਅਸੀਂ ਮਾਰ ਲਵਾਂਗੇ। ਗੁਰ ਮਾਰੇ ਹਜ਼ਰਤ ਔਰ ਹਰਖੈ। ਉਹ ਪਠਾਣੋ ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਦੇ ਹਾਂ, ਸ਼ਾਹਜਹਾਂ ਬੜਾ ਖੁਸ਼ ਹੋਵੇਗਾ। ਮਨ ਸਭ ਸਭ ਕੇ ਕਰਹਿ ਸਬਾਏ। ਸਾਰੇ ਪਠਾਣਾਂ ਦੇ ਸਾਡੇ ਵੱਡੇ ਵੱਡੇ ਅਹੁਦੇ ਕਰ ਦੇਗਾ, ਰੁਤੇ ਵੀ ਦੇ। ਸੰਚਿਓ ਦਰਬ ਧਰਿਓ ਜਿਸ ਥਲ ਮੈਂ। ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਧਨ ਇਕੱਠਾ ਕਰਕੇ ਜਿਸ ਥਾਂ ਤੇ ਰੱਖਿਆ ਹੋਇਆ ਹੈ, ਸੋ ਜਾਨੋ ਮੈਂ ਬਨਹੁ ਸਹਾਇ। ਕਹਿੰਦੇ ਉਹ ਧਨ ਰੱਖਿਆ ਮੈਂ ਜਾਣਦਿਆਂ ਮੈਂ ਤੁਹਾਡਾ ਪਠਾਣਾਂ ਦਾ ਸਹਾਈ ਬਣਾਂਗਾ। ਲੱਖੋ ਲੂਟ ਕਰਹੁ ਸੁਖ ਭੋਗਨ। ਉਹ ਲੱਖਾਂ ਰੁਪਈਆ ਲੁੱਟ ਪੁੱਟ ਕੇ ਫਿਰ ਤੁਸੀਂ ਸੁਖ ਭੋਗਣਾ ਕਰਿਓ। ਕਿਮ ਹਿੰਦੂ ਢਿਗ ਰਹਿਬੋ ਪਾਏ। ਇਹ ਵੀ ਹਿੰਦੂਆਂ ਦੇ ਗੁਰੂ ਲੱਖਾਂ ਰੁਪਈਆ ਕਿਵੇਂ ਰਹਿਣਾ ਪਾਏ। ਸੈਨਾ ਸਾਥ ਲਰਹੋ ਤੁਮ ਸਗਰੇ। ਤੁਸੀਂ ਤਾਂ ਵੀ ਗੁਰੂ ਦੀ ਫੌਜ ਨਾਲ ਰਲ ਕੇ ਸਲਰਿਓ ਚੰਗੀ ਤਰ੍ਹਾਂ। ਮੈਂ ਗੁਰ ਕੋ ਰਣ ਲੈ ਹੋ ਕਾਏ। ਤੇ ਮੈਂ ਗੁਰੂ ਦੇ ਨਾਲ ਜੰਗ ਕਰਕੇ ਉਹਨਾਂ ਨੂੰ ਜੰਗ ਵਿੱਚ ਮਾਰ ਲਵਾਂਗਾ। ਥੋਰੇ ਜਤਨ ਦਰਬ ਵੱਢ ਪਾਵਾ। ਨਵੇਂ ਪਠਾਣਾ ਐਵੇਂ ਮਾੜਾ ਜਿਹਾ ਯਤਨ ਕਰਨਾ ਹੈ, ਤਨ ਬਹੁਤਾ ਪਾ ਲਵਾਂਗੇ। ਪੁਨ ਹਜ਼ਰਤ ਬਖਸ਼ਹਿ ਸਮਦਾ। ਫਿਰ ਜਦੋਂ ਸ਼ਾਹਜਹਾਂ ਪਾਤਸ਼ਾਹ ਕੋਲ ਗਏ, ਉਹ ਬੜੀਆਂ ਬਖਸ਼ਾਂ ਬਖਸ਼ੇ, ਬੜੇ ਇਨਾਮ ਦੇਵੇਗਾ। ਇਸ ਬਿਦ ਭਲੀ ਬਾਰਤਾ ਜਾਨੋ। ਇਹ ਸਭ ਬਿਦ ਭਲੀ ਬਾਰਤਾ ਜਾਨੋ। ਹਾਂ ਕਹਿੰਦੇ ਇਸ ਤਰ੍ਹਾਂ ਸਭ ਤਰ੍ਹਾਂ ਕਰਕੇ ਚੰਗੀ ਗੱਲ ਹੈ, ਤੁਸੀਂ ਆਪਣੇ ਲਈ ਜਾਣ ਲਓ। ਕਿਉਂ ਨਾ ਲੇਹੁ ਧਨ ਆਰ ਜਸ ਪਾਏ। ਕਿਉਂ ਨਹੀਂ ਗੁਰੂ ਦਾ ਲੱਖਾਂ ਦੀ ਰੁਪਈਆ ਵੀ ਧਨ ਲੈ ਲੈਂਦੇ ਤੇ ਮੁਕਤ ਦਾ ਜਸ ਪਾ ਲੈਂਦੇ। ਸਭ ਬਸੀਆਂ ਮਹਿ ਕਹਿ ਕਰ ਇਸ ਬਿਦ। ਜਿੰਨੀਆਂ ਪਠਾਣਾਂ ਦੀਆਂ ਬਸਤੀਆਂ ਸਾਰਿਆਂ ਵਿੱਚੋਂ ਕਹਿੰਦਾ ਫਿਰਿਆ ਹੈ। ਆਪਣੇ ਸੰਗੀ
ਕਰੇ ਬਨਾਏ। ਇਹ ਕਹਿੰਦੇ ਆਪਣੇ ਸੰਗੀ ਸਾਥੀ ਆਪਣੇ ਬਲਦੇ ਨੇ ਬਣਾ ਸਵਾਰ ਕੇ ਕਰ ਲਏ। ਲੋਭ ਲੱਗੇ ਧਨ ਕੇ ਸਭ ਮਾਨੀ। ਲੱਖਾਂ ਰੁਪਇਆ ਧਨ ਦਾ ਲੋਭ ਹੈ, ਇਸ ਕਰਕੇ ਲੋਭ ਦੇ ਲੱਗਿਆਂ ਸਾਰੇ ਮੰਨ ਗਏ। ਕਰ ਉਦਮ ਤੁਮ ਬਣਹਿ ਸਹਾਈ। ਪੈਂਦੇ ਖਾਨ ਨੂੰ ਕਹਿੰਦੇ ਵੀ ਤੂੰ ਉਦਮ ਕਰ, ਅਸੀਂ ਪਠਾਨ ਤੇਰੇ ਸਹਾਈ ਬਣਾਂਗੇ। ਜੇ ਅਫਗਾਨ ਖਾਨ ਪਰਦਾਨੇ। ਜਿਹੜੇ ਕੋਈ ਪਠਾਣਾ ਵਿੱਚੋਂ ਚੰਗੇ ਪਠਾਨ ਕਹਿੰਦੇ ਮੁਖੀ ਸੀ। ਮਿਲੇ ਪੰਚ ਸੈ ਕਰੀ ਸਲਾਹ। ਉਹ ਮੁਖੀ ਪਠਾਨ ਕਹਿੰਦੇ 500 ਮਿਲ ਗਏ ਦੇ ਨਾਲ ਤੇ ਸਲਾਹ ਕਰ ਲਈ। ਕਿਤਕ ਕਹਿਓ ਇਹ ਨਿਮਕ ਹਰਾਮੀ। ਕਈ ਪਠਾਣਾ ਨੇ ਕਿਹਾ ਇਹ ਪੈਂਦੇ ਖਾਨ ਤਾਂ ਲੂਣ ਹਰਾਮੀ ਹੈ। ਪਾਰਿਓ ਜਿਨਹੋ ਹੋਤ ਸਮਹਾਈ। ਜਿਨ੍ਹਾਂ ਨੇ ਮੂੰਹ ਵਿੱਚ ਬੁਰਕੀਆਂ ਦੇ ਕੇ ਇਹਨੂੰ ਪਾਲਿਆ, ਹੁਣ ਉਹਨਾਂ ਨੂੰ ਮਾਰਨ ਵਾਸਤੇ ਸਾਹਮਣੇ ਹੋ ਰਿਹਾ, ਬਚ ਜਾਓ ਇਹ ਮਰਵਾਊ ਸਾਨੂੰ। ਫੂਲਿਓ ਮੂਰਖ ਲਖੈ ਗਾਹੋਂ ਗੁਰ। ਇਹ ਮੂਰਖ ਕਹਿੰਦੇ ਐਵੇਂ ਹੰਕਾਰ ਵਿੱਚ ਫੁੱਲਿਆ ਫਿਰਦਾ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਫੜਾਂਗਾ। ਕਰਤ ਜਤਨ ਚਿਤਵਤ ਚਿਤ ਮਾਹੇ। ਹਾਂ ਕਹਿੰਦੇ ਚਿੱਤ ਵਿੱਚ ਉਹਨਾਂ ਨੂੰ ਫੜਨ ਦੇ ਯਤਨ ਕਰ ਰਿਹਾ ਹੈ। ਪੁਨ ਅਸਮਾਨ ਖਾਨ ਸੋ ਬੋਲਿਓ। ਇਧਰ ਪੈਂਦੇ ਖਾਂ ਪੁਨਾ ਕਹਿੰਦੇ ਅਸਮਾਨ ਖਾਂ ਦੇ ਸਾਥ ਬੋਲਿਆ। ਸੁਨਹੋ ਪੁੱਤਰ ਇਹ ਬਿਲ ਮੋਹ ਨਾਹੇ। ਸੁਨਹੋ ਪੁੱਤਰ ਅਬ ਬਿਲ ਮੋਹ ਨਾਹੇ। ਵੇ ਪੁੱਤਰ ਵੇ ਤਲ ਜਵਾਈ ਤੂੰ ਸੁਣਨਾ, ਹੁਣ ਤੂੰ ਦੇਰੀ ਨਾ ਕਰ। ਕੁਤਬ ਖਾਨ ਇੱਕ ਚਾਚਾ ਪੁੱਤਰ ਮਾਮਾ। ਕਹਿੰਦੇ ਜਿਹੜਾ ਕੁਤਬ ਖਾਨ ਹੈ ਉਹਦਾ ਇੱਕ ਚਾਚੇ ਦਾ ਪੁੱਤਰ ਹੈ ਮੇਰਾ। ਸੂਬਾ ਨਗਰ ਜਲੰਧਰ ਮਾਨ। ਉਹ ਜਲੰਧਰ ਦਾ ਸੂਬਾ ਹੈ ਤੇ ਕਹਿੰਦੇ ਤੂੰ ਮੰਨ ਲੈ। ਦਿਨ ਥੋਰਨ ਤੇ ਮਨ ਸਭ ਦੀਰਗ। ਕਹਿੰਦੇ ਉਹ ਥੋੜੇ ਜਿਹੇ ਦਿਨਾਂ ਵਿੱਚ ਹੀ ਉਹਨੇ ਕਹਿੰਦੇ ਬੜਾ ਭਾਰੀ ਰੁਤਬਾ ਪਾਇਆ ਹੈ। ਪਾਇਓ ਭਲੇ ਬਸਹਿ ਤਿਸ ਥਾਨ। ਉਹ ਰੁਤਬਾ ਪਾਇਆ ਚੰਗੀ ਤਰ੍ਹਾਂ। ਉਹ ਜਲੰਧਰ ਵਿੱਚ ਇਸ ਸਮੇਂ ਬਸ ਰਿਹਾ ਹੈ। ਪੂਰਬ ਮਸਲਤ ਕਰਕੇ ਤਿਹ ਸੋ। ਉਹ ਵੀ ਅਸਮਾਨ ਖਾਂ ਜਵਾਈ ਸਭ ਤੋਂ ਪਹਿਲਾਂ ਜਲੰਧਰ ਦੇ ਸੂਬੇ ਨਾਲ ਆਪਾਂ ਸਲਾਹ ਕਰਕੇ ਬਹੁਰ ਜੰਗ ਸੰਗ ਗੁਰ ਕੇ ਠਾਨ। ਉਦੋਂ ਬਾਅਦ ਵਈ ਫਿਰ ਆਪਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਸ਼ੁਰੂ ਕਰਾਂਗੇ। ਭਏ ਪਠਾਨ ਸਹਾਇਕ ਇਹ ਸਭ। ਜਿਹੜਾ 500 ਪਠਾਨ ਇਹ ਤਾਂ ਆਪਣੇ ਵੀ ਸਾਰੇ ਸਹਾਇਕ ਹੋ ਹੀ ਗਏ। ਕਾਰਜ ਹੋਵੇ ਸਿੱਧ ਮਹਾਨ। ਜਿਹੜਾ ਕਾਰਜ ਹੈ ਨਾ ਗੁਰੂ ਨੂੰ ਪਕੜਨ ਦਾ ਜਾਂ ਫੜ ਕੇ ਲਿਜਾਣ ਦਾ, ਇਹ ਪੂਰਾ ਹੋ ਜਾਏਗਾ ਇਹਨਾਂ ਰਾਹੀਂ। ਇਮ ਉਚਾਰ ਕਰ ਸੰਗ ਚੜਾਇਓ। ਇਸ ਤਰ੍ਹਾਂ ਕਹਿੰਦੇ ਪੈਂਦੇ ਖਾਂ ਨੇ ਕਹਿ ਕੇ ਜਵਾਈ ਨੂੰ ਆਪਣੇ ਨਾਲ ਚੜਾ ਲਿਆ। ਅਪਰ ਪੰਚ ਸੈ ਚੜੇ ਪਠਾਨ। ਹੋਰ ਜਿਹੜਾ 500 ਪਠਾਨ ਸੀ ਬਸੀਆਂ ਦਾ ਉਹ ਵੀ ਨਾਲ ਹੀ ਚੜ ਪਿਆ। ਮਿਲ ਸਭ ਗਏ ਜਲੰਧਰ ਪੁਰ ਕੋ। ਸਾਰੇ ਮਿਲ ਜੁਲ ਕਰਕੇ ਜਲੰਧਰ ਸ਼ਹਿਰ ਨੂੰ ਚਲੇ ਗਏ। ਉਤਰੇ ਬਾਗਨ ਮੈਂ ਰੁਚ ਠਾਨ। ਕਹਿੰਦੇ ਰੁਚੀ ਧਾਰ ਕੇ ਸੋਹਣੇ ਬਾਗ ਬਗੀਚਿਆਂ ਵਿੱਚ ਉਤਰ ਪਏ। ਕੁਤਬ ਖਾਨ ਸੋ ਮਿਲੇ ਜਾਏ ਕਰ। ਫਿਰ ਕਹਿੰਦੇ ਜਿੱਥੇ ਕੁਤਬ ਖਾਂ ਸੂਬਾ ਸੀ ਉਹਨੂੰ ਜਾ ਕੇ ਮਿਲੇ। ਬੈਠੇ ਚੌਹੰਦਿਸ਼ ਖੁਸ਼ੀ ਮਹਾਨ। ਉਹਦੇ ਚਾਰੇ ਸਰਫੀ ਬੈਠ ਕੇ ਬੜੀ ਖੁਸ਼ੀ ਮਹਾਨ ਕਰਦੇ ਹੋਏ। ਕਹਿ ਸੁਭ ਬਾਤਨ ਕਰ ਮੁਸਕਾਵਤ। ਚੰਗੀਆਂ ਗੱਲਾਂ ਬਾਤਾਂ ਕਰ ਕਰਕੇ ਕਹਿੰਦੇ ਉਹਦੇ ਨਾਲ ਹੱਸਦੇ ਖੇਲਦੇ ਆ। ਪੈਂਦ ਖਾਨ ਤਬ ਕੀਨ ਬਖਾਨ। ਪੈਂਦੇ ਖਾਂ ਨੇ ਤਦੋਂ ਕਹਿੰਦੇ ਉਸ ਸਵੇਰੇ ਕੁਤਬ ਖਾਂ ਨੂੰ ਆਖਿਆ। ਸੁਨਹੋ ਭਰਾਤ ਹਮ ਸਗਰੇ ਮਿਲ ਕਰ। ਵੀ ਭਰਾਵਾ ਸੁਣ ਲਾ ਅਸੀਂ ਸਾਰੇ ਮਿਲ ਜੁਲ ਕਰਕੇ ਤੁਝ ਢਿੱਗ ਆਏ ਲੈਨ ਕੋ ਸੰਗ। ਤੈਨੂੰ ਵੀ ਨਾਲ ਲੈਣ ਵਾਸਤੇ ਤੇਰੇ ਕੋਲ ਆਏ ਆ। ਲੱਖ ਲਾਇਕ ਕੋ ਮਨ ਸਭ ਦੀਰਗ। ਤੈਨੂੰ ਜੋਗ ਜਾਣ ਕੇ ਵੱਡੇ ਅਹੁਦੇਦਾਰ ਸਮਝ ਕੇ। ਸਭ ਤੇ ਤੋ ਕਹ ਜਾਨ ਉਤੰਗ। ਅਸੀਂ ਜਿੰਨੇ ਪਛਾਣ ਆਏ ਆ ਸਾਰਿਆਂ ਨੂੰ ਨੇ ਤੈਨੂੰ ਆਪਣੇ ਤੋਂ ਉੱਚਾ ਜਾਣਿਆ, ਮਹਾਨ ਸਮਝਿਆ ਹੈ। ਕੁਤਬ ਖਾਨ ਬੋਲਿਓ ਤੁਮ ਕਿਤ ਕੋ। ਉਸ ਵੇਲੇ ਪੈਂਦੇ ਖਾਂ ਨੂੰ ਕੁਤਬ ਖਾਂ ਬੋਲਿਆ ਕਹਿੰਦੇ ਵੀ
ਤੁਸੀਂ ਕਿਸ ਥਾਨ ਭਏ ਇਕੱਠੇ ਚੱਡੇ ਤੁਰੰਗ। ਕਿਸਾਂ ਵਾਸਤੇ ਤੁਸੀਂ ਕਹਿੰਦੇ ਇਕੱਠੇ ਹੋ ਕੇ ਘੋੜਿਆਂ ਤੇ ਚੜ ਕੇ ਆਏ ਆ। ਮੁਝ ਮਿਲਹਿ ਕਰ ਗਮਨਹੁ ਕਿਸ ਥਲ, ਮੁਝ ਮਿਲਾਏ ਕਰ ਗਮਨਹੁ ਕਿਸ ਥਲ। ਹਾਂ ਮੈਨੂੰ ਮਿਲਾ ਕੇ ਕਿਸ ਥਾਂ ਤੁਸੀਂ ਚਲੋਗੇ। ਕੋ ਤੁਮ ਕਾਰਜ ਭਇਓ ਕੁਟੰਗ। ਕਿਹੜਾ ਕੰਮ ਕਹਿੰਦੇ ਤੁਹਾਡਾ ਕੋਟੇ ਤਰ੍ਹਾਂ ਦਾ ਕੋਈ ਮਾੜਾ ਹੋ ਗਿਆ ਹੋਇਆ। ਗੁਰ ਢਿਗ ਰਹਿਤ ਮਹਿਦ ਨਿਤ ਹਰਖਤ। ਕੁਤਬ ਖਾਂ ਕਹਿਣ ਲੱਗਾ ਉਹ ਪੈਂਦੇ ਖਾਂ ਤੂੰ ਤਾਂ ਬੜਾ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦਾ ਹੁੰਦਾ ਸੀ। ਅਬ ਕੈਸੇ ਕਹੁ ਭਈ ਵਿਚਾਰ। ਤੇਰੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਹੋਰ ਵਿਚਾਰ ਫੁਰੇ ਆਈ। ਪੈਂਦ ਖਾਨ ਸੁਨ ਬਾਤ ਭਰਾਤ ਤੇ। ਕੁਤਬ ਖਾਂ ਭਰਾ ਦੀ ਗੱਲਬਾਤ ਸੁਣ ਕੇ ਪੈਂਦੇ ਖਾਂ ਨੇ ਕੀਨੋ ਸਰਬ ਪ੍ਰਸੰਗ ਉਚਾਰ। ਸਾਰਾ ਜਿਹੜਾ ਪ੍ਰਸੰਗ ਹੈ ਖੋਲ ਕੇ ਦੱਸਿਆ ਕੁਤਬ ਖਾਂ ਨੂੰ। ਬਿਗੜ ਪਰਿਓ ਗੁਰ ਸੰਗ ਬਿਰਸ ਭਾ। ਕਹਿੰਦੇ ਗੁਰੂ ਤਾਂ ਮੇਰੇ ਨਾਲ ਵਿਗੜ ਪਿਆ, ਗੁਰੂ ਦੇ ਨਾਲ ਤਾਂ ਮੇਰਾ ਬਿਰਸ ਬੇਰਸੀ ਹੋ ਗਈ। ਸਭਾ ਬੀਚ ਪਤ ਦਈ ਉਤਾਰ। ਗੁਰੂ ਹਰਗੋਬਿੰਦ ਸਾਹਿਬ ਨੇ ਸਭਾ ਵਿੱਚ ਮੇਰੀ ਇੱਜ਼ਤ ਉਹ ਰਾਹ ਲਾ ਦਿੱਤੀ। ਅਪਰ ਕਰੀ ਜਬਰੀ ਕਿਆ ਉਚਰਾ। ਹੋਰ ਮੇਰੇ ਨਾਲ ਜਿਹੜੀ ਜ਼ਬਰਦਸਤੀ ਕੀਤੀ ਉਹ ਤੈਨੂੰ ਮੈਂ ਕੀ ਦੱਸਾਂ। ਪਰਿਓ ਬੈਰ ਅਬ ਰਿਸ ਉਰ ਧਾਰ। ਤਾਂ ਕਹਿੰਦੇ ਬੈਰ ਗੁਰੂ ਨਾਲ ਪੈ ਗਿਆ, ਮੈਂ ਬੜਾ ਗੁੱਸਾ ਧਾਰ ਰਿਹਾ। ਜਤਨ ਰਚਿਓ ਜਿਮ ਸੁਨਹੁ ਭਰਾਤ ਸੋ। ਉਹ ਭਰਾ ਕੁਤਬ ਖਾਂ ਜਿਵੇਂ ਅਸੀਂ ਯਤਨ ਰਚਿਆ ਹੈ ਉਹ ਵੀ ਸੁਣ ਲਾ। ਸ਼ਾਹ ਜਹਾਂ ਸੋ ਮਿਲਹੁ ਜਾਏ। ਸ਼ਾਹ ਜਹਾਂ ਦੇ ਨਾਲ ਪਹਿਲਾਂ ਅਸੀਂ ਜਾ ਕੇ ਮਿਲਾਂਗੇ। ਹਰ ਗੋਬਿੰਦ ਕੋ ਭੇਦ ਬਿਲੰਦੈ। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਬਹੁਤ ਵੱਡਾ ਜਿਹੜਾ ਭੇਦ ਹੈ। ਸਭ ਵਿਦ ਤੇ ਦਹਿਉ ਸਮਝਾਏ। ਜਿਵੇਂ ਉਹਨਾਂ ਨੂੰ ਫੜਨਾ ਜਾਂ ਮਾਰਨਾ ਸ਼ਾਹ ਜਹਾਂ ਨੂੰ ਸਭ ਤਰ੍ਹਾਂ ਕਰਕੇ ਮੈਂ ਦੱਸ ਦੇਵਾਂਗਾ। ਭਈ ਸ਼ਾਹ ਕੀ ਹਾਰ ਤੀਨ ਰਣ। ਇਹ ਦੱਸਦੇ ਆ ਵੀ ਜਿਹੜੀ ਸ਼ਾਹ ਜਹਾਂ ਦੀ ਜੰਗ ਵਿੱਚ 3 ਵਾਰੀ ਹਾਰ ਹੋਈ ਹੈ। ਸੋ ਪਲਟਾ ਅਬ ਲਹਿ ਪਾਏ। ਜਦੋਂ ਮੈਂ ਸ਼ਾਹਜਹਾਂ ਨੂੰ ਦੱਸ ਦਿੱਤਾ ਉਹ 3 ਜੰਗਾਂ ਦਾ ਬਦਲਾ ਹੁਣ ਪਾ ਲਏਗਾ। ਪਕਰ ਗੁਰੂ ਕੋ ਮੈਂ ਢਿੱਗ ਲਿਆਵਾਂ। ਕਿਉਂਕਿ ਸ਼ਾਹਜਹਾਂ ਨੂੰ ਮੈਂ ਸਿੱਧਾ ਹੀ ਕਹਾਂਗਾ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਫੜ ਕੇ ਮੈਂ ਲਿਆਵਾਂਗਾ। ਇਸ ਪ੍ਰਕਾਰ ਤੇ ਧੀਰ ਧਰਾਏ। ਇਸ ਤਰ੍ਹਾਂ ਪਾਤਸ਼ਾਹ ਨੂੰ ਕਹਿ ਕੇ ਮੈਂ ਧੀਰ ਧਰਾਵਾਂਗਾ। ਜਿਉ ਕਿਉ ਕਰ ਵੱਡ ਲਸ਼ਕਰ ਲੈ ਕਰ। ਉਹ ਵੀ ਕੁਤਬ ਖਾਂ ਜਿਵੇਂ ਕਿਵੇਂ ਪਾਤਸ਼ਾਹ ਨੂੰ ਸੱਚ ਝੂਠ ਕਹਿ ਕੇ ਬਹੁਤਾ ਦਲ ਲੈ ਕੇ ਗੁਰ ਕੇ ਸੰਗ ਜੰਗ ਕੋ ਪਾਏ। ਆਪਾਂ ਗੁਰੂ ਦੇ ਨਾਲ ਬੜਾ ਭਾਰੀ ਜੰਗ ਪਾਵਾਂਗੇ। ਕਰੋ ਘਾਤ ਕੈ ਪਕਰੋ ਬਲ ਸੋ। ਜਾਂ ਤਾਂ ਗੁਰੂ ਨੂੰ ਮਾਰ ਦੇਵਾਂਗਾ, ਨਹੀਂ ਤਾਂ ਬਲ ਪਾ ਕੇ ਮੈਂ ਫੜੀ ਲਵਾਂਗਾ ਜਿਉਂਦਾ। ਤਬ ਮੇਰੋ ਤਨ ਮਨ ਸਿਤ ਲਾਏ। ਜਦੋਂ ਵੀ ਕੁਤਬ ਖਾਂ ਗੁਰੂ ਨੂੰ ਮਾਰ ਦਿੱਤਾ ਜਾਂ ਫੜ ਕੇ ਲੈ ਆਂਦਾ ਤਦੋਂ ਮੇਰਾ ਮਨ ਤਨ ਕਹਿੰਦੇ ਠੰਡਾ ਠਾਰ ਹੋ ਜਾਊਗਾ। ਤੁਮ ਭੀ ਬਨਹੋ ਸਹਾਇਕ ਗਮਨਹੁ। ਉਹ ਜਲੰਧਰ ਦੇ ਸਲੂਬੇ ਕੁਤਬ ਖਾਂ ਤੂੰ ਵੀ ਸਹਾਈ ਬਣ ਸਾਡੇ ਨਾਲ ਚੱਲ। ਲਾਇਕ ਭਰਾਤ ਜਾਨ ਕਰ ਆਏ। ਇਹ ਸਾਡਾ ਪਠਾਣਾ ਦਾ ਭਰਾ ਤੂੰ ਜੋਗ ਹੈ, ਇਉਂ ਚੱਲ ਕੇ ਤੇਰੇ ਕੋਲ ਆਏ ਆ। ਸਮਾ ਪਾਏ ਅਸ ਕਾਰਜ ਪਰ ਕੈ। ਕਹਿੰਦੇ ਕਿਤੇ ਕਿਤੇ ਸਮਾਂ ਜਾ ਪਾ ਕੇ ਇਹੋ ਜਿਹਾ ਕੰਮ ਕਿਸੇ ਦੇ ਤਾਈ ਕਿਸੇ ਦੇ ਪੱਤੇ ਪੈਂਦਾ ਹੁੰਦਾ। ਬਾਰ ਬਾਰ ਹੋਏ ਨਹਿ ਇਸ ਪਾਏ। ਇਸ ਤਰ੍ਹਾਂ ਦੇ ਜਿਹੜੇ ਕੰਮਕਾਰ ਮੁੜ ਕੇ ਤਾਂ ਬਾਰ ਤਾਂ ਹੁੰਦੇ ਨਹੀਂ। ਦੋਹਰਾ ਭੀਰ ਪਰੇ ਰਖਿਅਕ ਬਨੈ। ਜਦੋਂ ਵਈ ਆਪਣੇ ਭਰਾਵਾਂ ਤੇ ਭੀੜ ਪੈ ਜਾਏ ਫੇਰ ਉਦੋਂ ਵੀ ਜਿਹੜਾ ਕੋਈ ਰੱਖਿਆ ਕਰਨ ਵਾਲਾ ਪਰੇ। ਭਰਾਤਾ ਸ਼ੁਭ ਕੈ ਮੀਤ। ਉਹੀ ਅਸਲੀ ਚੰਗਾ ਭਰਾ ਕਿਹਾ ਜਾਂਦਾ, ਉਹੀ ਅਸਲੀ ਚੰਗਾ ਮਿੱਤਰ ਕਿਹਾ ਜਾਂਦਾ ਹੈ। ਤਿਮ ਦਾਤਾ ਦੁਰ ਭਿਛ ਮਹਿ। ਐਵੇਂ ਜਦੋਂ ਕਹਿੰਦੇ ਕਾਲ ਪੈ ਜਾਏ ਉਦੋਂ ਜਦੋਂ ਅੰਨ ਦੇ ਦੇਣ ਵਾਲਾ ਦਾਤਾ ਕੋਈ ਹੋਵੇ। ਤੀਨੋ ਲੈ ਜਸ ਨੀਤ। ਉਹ ਤਿੰਨੇ ਜਸ ਲੈਂਦੇ ਮਿੱਤਰ ਵੀ, ਕਾਲ ਪਏ ਤੋਂ ਦਾਨ ਦੇਣ ਵਾਲਾ ਦਾਤਾ ਵੀ,
ਤੇ ਭਰਾ ਵੀ ਭੀੜ ਪਏ ਤੋਂ ਜਦੋਂ ਸਹਾਇਤਾ ਕਰੇ। ਭਰਾਤਨ ਪਰ ਉਪਕਾਰ ਜੋ ਉਹ ਕੁਤਬ ਖਾਂ ਜਿਹੜਾ ਆਪਣੇ ਪਠਾਨ ਭਰਾਵਾਂ ਉੱਪਰ ਪਰਉਪਕਾਰ ਕਰਨਾ ਹੈ। ਜਿਮ ਧਨ ਸੰਚਿਓ ਹੋਤ ਇਹ ਤਾਂ ਹੀ ਹੈ ਜਿਵੇਂ ਮਨੁੱਖ ਨੇ ਇੱਕ ਬਹੁਤਾ ਧਨ ਇਕੱਠਾ ਕੀਤਾ ਹੋਵੇ। ਪਰ ਭੀੜ ਦਾਰਿਦ ਜਬੈ ਜਦੋਂ ਭੀੜ ਪੈ ਜਾਏ ਫਿਰ ਕਹਿੰਦੇ ਦਰਿਦਰ ਨੂੰ ਨਾਸ ਕਰ ਦਿੰਦਾ ਜਿਹੜਾ ਧਨ ਇਕੱਠਾ ਕੀਤਾ ਹੁੰਦਾ। ਸਭ ਸੰਕਟ ਕੋ ਖੋਤ ਜਿੰਨੇ ਕਹਿੰਦੇ ਦੁੱਖ ਕਲੇਸ਼ਾ ਸਾਰਿਆਂ ਨੂੰ ਉਹ ਧਨ ਇਕੱਠਾ ਕੀਤਾ ਗਵਾ ਦਿੰਦਾ ਹੈ। ਰਾਜਨੀਤ ਜਾਣਤ ਭਲੇ ਤੂੰ ਬਈ ਇਸ ਕਰਕੇ ਪਠਾਨ ਦਾ ਪੁੱਤਰ ਹੈ, ਰਾਜਨੀਤੀ ਦੀ ਗੱਲ ਚੰਗੀ ਤਰ੍ਹਾਂ ਜਾਣਦਾ ਹੀ ਹੈ। ਮਿਲਨ ਲਰਨ ਕੇ ਘਾਤ ਜਿਵੇਂ ਗੁਰੂ ਕਿਸੇ ਨਾਲ ਮਿਲਣਾ ਮਿੱਤਰ ਬਣ ਕੇ, ਜਿਵੇਂ ਕਹਿੰਦੇ ਲੜਨਾ ਜਾਂ ਉਹਨੂੰ ਮਾਰਨਾ ਬੈਰੀ ਨੂੰ। ਦਾਨਸ਼ਵੰਦ ਬਿਲੰਦ ਤੂੰ ਕਿਉਂਕਿ ਤੂੰ ਸਾਡੇ ਸਾਰਿਆਂ ਵਿੱਚੋਂ ਚੰਗਾ ਅਕਲਵੰਦ ਹੈ। ਕਰੀਐ ਮਸਲਤ ਬਾਤ ਸਾਡੇ ਨਾਲ ਬਈ ਇਸ ਤਰ੍ਹਾਂ ਜੰਗ ਯੁੱਧ ਦੀ ਗੱਲਬਾਤ ਸਲਾਹ ਕਰੀਏ। ਕੁਤਬ ਖਾਨ ਸੁਨ ਬਿਸਮ ਮਨ ਕੁਤਬ ਖਾਂ ਪੈਂਦੇ ਖਾਂ ਤੋਂ ਸੁਣ ਕੇ ਮਨ ਵਿੱਚ ਅਚਰਜ ਹੋ ਗਿਆ, ਹੱਕਾ ਬੱਕਾ ਰਹਿ ਗਿਆ। ਦੂਸ਼ਣ ਹੋਏ ਕੁਛ ਕਾਲ ਕੁਝ ਸਮਾਂ ਤਾਂ ਸੁਣ ਕੇ ਬਿਲਕੁਲ ਚੁੱਪਚਾਪ ਹੋ ਗਿਆ। ਬੁਰਾ ਹੋਣ ਤਿਸ ਕੋ ਲਖਿਓ ਹਾਂ ਕਹਿੰਦੇ ਵੀ ਪੈਂਦੇ ਖਾਂ ਦਾ ਮਾੜਾ ਹੋਏਗਾ, ਪੈੜਾ ਹੋਏਗਾ, ਉਹ ਜਾਣ ਲਿਆ ਹੈ। ਕ੍ਰਿਤ ਘਨ ਜਾਨ ਵਿਸਾਲ ਕਿਉਂਕਿ ਪੈਂਦੇ ਖਾਂ ਨੂੰ ਜਾਣ ਲਿਆ ਵੀ ਬਹੁਤ ਵੱਡਾ ਇਹ ਕਿਰਤ ਕਣ ਬਣ ਗਿਆ ਹੋਇਆ, ਹੁਣ ਬਹੁਤ ਮਾੜਾ ਹੋਏਗਾ, ਬੁਰਾ ਹਾਲ ਹੋਵੇਗਾ। ਸਿਆਣਾ ਸੀ ਕੁਤਬ ਖਾਂ, ਜਿਸ ਕਰਕੇ ਇਹਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪੈਂਦੇ ਖਾਨ ਤੇ ਸਮਾਨ ਖਾਨ ਨੂੰ, ਪਰ ਉਹਨਾਂ ਦੀ ਸਲਾਹ ਇਸਨੇ ਮੰਨੀ ਨਹੀਂ ਸੀ। ਸੋ ਇਹਨੂੰ ਉਲਟ ਪੁਲਟ ਕਹਿਣ ਲੱਗ ਪਏ ਸਨ। ਫਿਰ ਵੀ ਚਲੋ ਵੀ ਇਹ ਮੇਰੇ ਪਠਾਣਾ ਭਰਾ ਬਾਂ ਵਰਗੇ ਹੈ, ਉਹਨੇ ਜਿਵੇਂ ਕਹਿੰਦੇ ਉਵੇਂ ਮੈਂ ਕਰਾ ਲਵਾਂ। ਲੇਕਿਨ ਇਸ ਨੂੰ ਇਸ ਪੈਂਦੇ ਖਾਂ ਦੀ ਸਲਾਹ ਨੂੰ ਇਸਨੇ ਕੋਈ ਬਹੁਤਾ ਚੰਗਾ ਨਹੀਂ ਮੰਨਿਆ ਸੀ। ਜਿਵੇਂ ਪੈਂਦੇ ਖਾਂ ਨੂੰ ਸਾਰਾ ਕੁਝ ਸੱਚ ਸੱਚ ਇਸਨੇ ਕਹਿ ਵੀ ਦਿੱਤਾ ਸੀ। ਉਹ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਉਵੇਂ ਸੋਹਣੇ ਢੰਗ ਨਾਲ ਲਿਖ ਦਿੱਤਾ ਹੈ। ਉਹ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਪੜਾਂਗੇ ਜੀ। ਕੁਤਬ ਖਾਨ ਸੁਨ ਬਿਸਮ ਮਨ ਤੂਸ਼ਨ ਹੋਏ ਕੁਛ ਕਾਲ ਬੁਰਾ ਹੋਨ ਤਿਸ ਕੋ ਲਖਿਓ ਕ੍ਰਿਤ ਘਨ ਜਾਨ ਵਿਸਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ, हे गोविंद हे गुण निधान जाके सदा विवेक, हे अपरंपर हर हरे है पीहो वनहार, हे संतां कै सदा संग निधरा आधार, हे ठाकुर हाँ दासरो मैं निर्गुण गुण नहीं कोय, नानक दीजै नाम दान रखो हिय परोय, आए प्रभ शरणागति कृपा निध दयाल, एक अखर हर मन वसत नानक होत निहाल, वाहिगुरु नाम जहाज है चढ़े सो तरे पार, जो सरदा कर सेवंदे गुरु पारे उतारन हार, जो सरदा कर सेवंदे गुरु पारे उतारन हार।
तुम ठाकुर